ਅਗਲਾ ਅੰਕ। ਮੁੰਡੇ ਨੂੰ ਸਾਰੀ ਰਾਤ ਨੀਂਦ ਨਾ ਆਈ। ਸੂਰਜ ਚੜ੍ਹਨ ਤੋਂ 2 ਘੰਟੇ ਪਹਿਲਾਂ ਉਸਨੇ ਤੰਬੂ ਵਿੱਚ ਉਸਦੇ ਨਾਲ ਸੁੱਤੇ ਹੋਏ ਮੁੰਡਿਆਂ ਵਿੱਚੋਂ ਇੱਕ ਨੂੰ ਜਗਾਇਆ ਅਤੇ ਉਸਨੂੰ ਕਿਹਾ ਕਿ ਉਹ ਫਾਤਮਾ ਵਾਲਾ ਤੰਬੂ ਦਿਖਾਵੇ। ਉਹ ਉਹਦੇ ਤੰਬੂ ਤੱਕ ਗਏ ਅਤੇ ਮੁੰਡੇ ਨੇ ਆਪਣੇ ਉਸ ਦੋਸਤ ਨੂੰ ਭੇਡਾਂ ਖਰੀਦਣ ਲਈ ਕਾਫੀ ਸਾਰਾ ਸੋਨਾ ਦੇ ਦਿੱਤਾ। ਫਿਰ ਉਸਨੇ ਉਸ ਮੁੰਡੇ ਨੂੰ ਕਿਹਾ ਕਿ ਉਸ ਤੰਬੂ ਵਿੱਚ ਜਾਵੇ ਜਿੱਥੇ ਫਾਤਮਾ ਸੌਂ ਰਹੀ ਸੀ, ਉਸਨੂੰ ਜਗਾਵੇ ਅਤੇ ਦੱਸੇ ਕਿ ਉਹ ਬਾਹਰ ਉਡੀਕ ਰਿਹਾ ਸੀ। ਨੌਜਵਾਨ ਅਰਬ ਮੁੰਡੇ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਇਸ ਬਦਲੇ ਉਸਨੂੰ ਹੋਰ ਭੇਡ ਖਰੀਦਣ ਲਈ ਸੋਨਾ ਮਿਲਿਆ। ਹੁਣ ਸਾਨੂੰ ਇਕੱਲਿਆਂ ਛੱਡ ਦੇ, ਮੁੰਡੇ ਨੇ ਉਸ ਨੌਜਵਾਨ ਅਰਬ ਨੂੰ ਕਿਹਾ। ਅਰਬ ਮੁੰਡਾ ਤੰਬੂ 'ਚ ਜਾ ਕੇ ਮੁੜ ਸੌਂ ਗਿਆ ਅਤੇ ਉਸਨੂੰ ਇਹ ਮਾਣ ਮਹਿਸੂਸ ਹੋਇਆ ਕਿ ਉਸਨੇ ਨਕਲਿਸਤਾਨ ਦੇ ਸਲਾਹਕਾਰ ਦੀ ਮਦਦ ਕੀਤੀ ਸੀ ਅਤੇ ਉਹ ਇਸ ਗੱਲ 'ਤੇ ਖੁਸ਼ ਵੀ ਸੀ ਕਿ ਉਸ ਕੋਲ ਭੇਡਾਂ ਖਰੀਦਣ ਲਈ ਕਾਫੀ ਪੈਸੇ ਸਨ। ਫਾਤਮਾ ਤੰਬੂ ਦੇ ਦਰਵਾਜ਼ੇ ਤੱਕ ਆਈ। ਦੋਵੇਂ ਜਣੇ ਖਜੂਰਾਂ ਦੇ ਦਰਖਤਾਂ ਵਿੱਚ ਤੁਰਨ ਲੱਗੇ। ਮੁੰਡਾ ਜਾਣਦਾ ਸੀ ਕਿ ਅਜਿਹਾ ਕਰਨਾ ਰਵਾਇਤਾਂ ਦੀ ਉਲੰਘਣਾ ਹੈ, ਪਰ ਉਸਨੂੰ ਹੁਣ ਇਸ ਦੀ ਕੋਈ ਪਰਵਾਹ ਨਹੀਂ ਸੀ। ਉਸ ਕਿਹਾ, ਮੈਂ ਜਾ ਰਿਹਾ ਹਾਂ ਅਤੇ ਮੈਂ ਤੈਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੈਂ ਵਾਪਸ ਪਰਤਾਂਗਾ। ਮੈਂ ਤੈਨੂੰ ਪਿਆਰ ਕਰਦਾ ਹਾਂ ਕਿਉਂਕਿ ਫਾਤਮਾ ਨੇ ਵਿੱਚੋਂ ਹੀ ਟੋਕ ਕੇ ਕਿਹਾ, ਕੁਝ ਕਹਿਣ ਦੀ ਲੋੜ ਨਹੀਂ। ਪਿਆਰ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਪਿਆਰ ਕੀਤਾ ਜਾਂਦਾ ਹੈ। ਪਿਆਰ ਕਰਨ ਲਈ ਕਿਸੇ ਕਾਰਨ ਦੀ ਲੋੜ ਨਹੀਂ ਹੁੰਦੀ। ਪਰ ਮੁੰਡੇ ਨੇ ਆਪਣੀ ਗੱਲ ਜਾਰੀ ਰੱਖੀ। ਮੈਨੂੰ ਇੱਕ ਸੁਪਨਾ ਆਇਆ ਸੀ ਅਤੇ ਮੈਂ ਇੱਕ ਬਾਦਸ਼ਾਹ ਨੂੰ ਮਿਲਿਆ ਸਾਂ। ਮੈਂ ਸ਼ੀਸ਼ੇ ਦਾ ਸਮਾਨ ਵੇਚਦਾ ਰਿਹਾ ਸਾਂ ਅਤੇ ਮੈਂ ਮਾਰੂਥਲ ਨੂੰ ਪਾਰ ਕੀਤਾ ਸੀ ਕਿਉਂਕਿ ਕਬੀਲਿਆਂ ਵਿਚਾਲੇ ਲੜਾਈ ਛਿੜ ਗਈ ਸੀ ਅਤੇ ਇਸ ਲਈ ਮੈਂ ਤਾਂਤਸਾਜ਼ ਨੂੰ ਲੱਭਦਾ ਹੋਇਆ ਖੂਹ 'ਤੇ ਆ ਗਿਆ ਸਾਂ। ਇਸ ਲਈ ਮੈਂ ਤੈਨੂੰ ਪਿਆਰ ਕਰਦਾ ਹਾਂ ਕਿਉਂਕਿ ਸਮੁੱਚੀ ਕਾਇਨਾਤ ਨੇ ਹੀ ਤੈਨੂੰ ਲੱਭਣ ਵਿੱਚ ਮੇਰੀ ਮਦਦ ਕਰਨ ਦੀ ਸਾਜ਼ਿਸ਼ ਰਚੀ ਸੀ। ਦੋਵਾਂ ਨੇ ਇੱਕ ਦੂਜੇ ਨੂੰ ਜੱਫੀ ਪਾਈ। ਉਹਨਾਂ ਇੱਕ ਦੂਜੇ ਨੂੰ ਪਹਿਲੀ ਵਾਰ ਛੂਹਿਆ ਸੀ। ਮੁੰਡਾ ਕਹਿਣ ਲੱਗਾ, ਮੈਂ ਵਾਪਸ ਪਰਤਾਂਗਾ। ਫਾਤਮਾ ਨੇ ਕਿਹਾ, ਇਸ ਤੋਂ ਪਹਿਲਾਂ ਮੈਂ ਮਾਰੂਥਲ ਵੱਲ ਸਿਰਫ ਚਾਹਨਾ ਦੀ ਭਾਵਨਾ ਨਾਲ ਹੀ ਦੇਖਿਆ ਕਰਦੀ ਸੀ। ਹੁਣ ਮੈਂ ਆਸ ਨਾਲ ਦੇਖਿਆ ਕਰਾਂਗੀ। ਮੇਰਾ ਪਿਤਾ ਵੀ ਇੱਕ ਦਿਨ ਚਲਾ ਗਿਆ ਸੀ, ਪਰ ਉਹ ਮੇਰੀ ਮਾਂ ਕੋਲ ਵਾਪਸ ਪਰਤ ਆਇਆ ਸੀ ਅਤੇ ਉਸ ਦਿਨ ਤੋਂ ਬਾਅਦ ਉਹ ਸਦਾ ਪਰਤਦਾ ਰਿਹਾ ਹੈ। ਉਹਨਾਂ ਕੁਝ ਨਾ ਕਿਹਾ। ਉਹ ਕੁਝ ਦੂਰ ਹੋਰ ਖਜੂਰ ਦੇ ਦਰਖਤਾਂ ਵਿੱਚ ਤੁਰਦੇ ਰਹੇ ਅਤੇ ਫਿਰ ਮੁੰਡਾ ਉਸਨੂੰ ਉਸਦੇ ਤੰਬੂ ਦੇ ਦਰਵਾਜ਼ੇ ਤੱਕ ਲੈ ਆਇਆ। ਉਹ ਕਹਿਣ ਲੱਗਾ, ਮੈਂ ਪਰਤਾਂਗਾ ਐਨ ਉਸੇ ਤਰ੍ਹਾਂ ਜਿਵੇਂ ਤੇਰਾ ਪਿਤਾ ਤੇਰੀ ਮਾਂ ਕੋਲ ਪਰਤ ਆਇਆ ਸੀ। ਉਸਨੇ ਦੇਖਿਆ ਕਿ ਫਾਤਮਾ ਦੀਆਂ ਅੱਖਾਂ ਵਿੱਚ ਹੰਝੂ ਸਨ। ਤੂੰ ਰੋ ਰਹੀ ਹੈ? ਮੈਂ ਮਾਰੂਥਲ ਦੀ ਔਰਤ ਹਾਂ, ਪਰ ਆਖਿਰਕਾਰ ਮੈਂ ਔਰਤ ਤਾਂ ਹਾਂ। ਉਸਨੇ ਆਪਣਾ ਮੂੰਹ ਮੋੜਦੇ ਹੋਏ ਕਿਹਾ। ਫਾਤਮਾ ਆਪਣੇ ਤੰਬੂ ਵਿੱਚ ਵਾਪਸ ਚਲੇ ਗਈ ਅਤੇ ਜਦੋਂ ਦਿਨ ਦੀ ਰੋਸ਼ਨੀ ਹੋਈ ਤਾਂ ਉਹ ਫਿਰ ਉਹਨਾਂ ਹੀ ਕੰਮਾਂ ਵਿੱਚ ਰੁੱਝ ਗਈ ਜਿਹੜੇ ਉਹ ਕਈ ਸਾਲਾਂ ਤੋਂ ਕਰਦੀ ਆ ਰਹੀ ਸੀ। ਪਰ ਸਭ ਕੁਝ ਬਦਲ ਗਿਆ ਸੀ। ਮੁੰਡਾ ਹੁਣ ਨਕਲਿਸਤਾਨ ਵਿੱਚ ਨਹੀਂ ਸੀ ਅਤੇ ਨਕਲਿਸਤਾਨ ਦਾ ਹੁਣ ਉਸ ਤਰ੍ਹਾਂ ਦਾ ਮਤਲਬ ਕਦੇ ਵੀ ਨਹੀਂ ਹੋਏਗਾ ਜਿਸ ਤਰ੍ਹਾਂ ਦਾ ਕੱਲ੍ਹ ਸੀ। ਇਹ ਹੁਣ 50,000 ਖਜੂਰ ਦੇ ਦਰਖਤਾਂ ਅਤੇ 300 ਖੂਹਾਂ ਵਾਲਾ ਸਥਾਨ ਨਹੀਂ ਰਹੇਗਾ ਜਿੱਥੇ ਯਾਤਰੂ ਆਉਂਦੇ ਹਨ ਅਤੇ ਆਪਣੇ ਲੰਬੇ ਸਫ਼ਰ ਤੋਂ ਬਾਅਦ ਆਰਾਮ ਮਾਣਦੇ ਹਨ। ਅੱਜ ਤੋਂ ਬਾਅਦ ਉਸ ਲਈ ਨਕਲਿਸਤਾਨ ਇੱਕ ਖਾਲੀ ਸਥਾਨ ਹੋਵੇਗਾ। ਉਸ ਦਿਨ ਤੋਂ ਬਾਅਦ ਉਸ ਲਈ ਸਭ ਤੋਂ ਅਹਿਮ ਮਾਰੂਥਲ ਹੋਵੇਗਾ। ਉਹ ਹਰ ਰੋਜ਼ ਇਸ ਵੱਲ ਦੇਖੇਗੀ ਅਤੇ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਆਪਣਾ ਖਜ਼ਾਨਾ ਲੱਭਦੇ ਹੋਏ ਮੁੰਡਾ ਕਿਹੜੇ ਤਾਰੇ ਦੀ ਸੇਧ ਵਿੱਚ ਚੱਲ ਰਿਹਾ ਹੈ। ਉਸਨੂੰ ਹਵਾ ਵਿੱਚ ਆਪਣੇ ਚੁੰਮਣ ਭੇਜਣੇ ਪੈਣਗੇ ਅਤੇ ਮਨ ਹੀ ਮਨ ਇਹ ਅਰਦਾਸ ਕਰਨੀ ਪਵੇਗੀ ਕਿ ਇਹ ਹਵਾ ਮੁੰਡੇ ਦੇ ਚਿਹਰੇ ਨੂੰ ਛੂਹੇਗੀ ਅਤੇ ਉਸਨੂੰ ਦੱਸੇਗੀ ਕਿ ਉਹ ਹਾਲੇ ਵੀ ਜਿਉਂਦੀ ਹੈ। ਇਹ ਵੀ ਕਿ ਉਹ ਹਾਲੇ ਤੱਕ ਉਸਦੀ ਉਡੀਕ ਕਰ ਰਹੀ ਹੈ। ਇੱਕ ਐਸੀ ਔਰਤ ਜਿਹੜੀ ਕਿ ਖਜ਼ਾਨੇ ਦੀ ਭਾਲ ਵਿੱਚ ਗਏ ਹੌਸਲਾਮੰਦ ਮਰਦ ਦੀ ਉਡੀਕ ਕਰ ਰਹੀ ਹੈ। ਉਸ ਦਿਨ ਤੋਂ ਬਾਅਦ ਮਾਰੂਥਲ ਦਾ ਉਸ ਲਈ ਸਿਰਫ ਇੱਕੋ ਮਤਲਬ ਹੋਣਾ ਸੀ, ਪ੍ਰੇਮੀ ਦੀ ਵਾਪਸੀ ਦੀ ਆਸ। ਅਗਲਾ ਅੰਕ। ਮਾਰੂਥਲ ਦੀ ਰੇਤ ਵਿੱਚ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਤਾਂਤਸਾਜ਼ ਨੇ ਮੁੰਡੇ ਨੂੰ ਕਿਹਾ, ਇਹ ਨਾ ਸੋਚ ਕਿ ਤੂੰ ਪਿੱਛੇ ਕੀ ਛੱਡ ਆਇਆ ਹੈ। ਸਭ ਕੁਝ ਹੀ ਤਾਂ ਸੰਸਾਰ ਦੀ ਆਤਮਾ ਵਿੱਚ ਲਿਖਿਆ ਹੋਇਆ ਹੈ ਅਤੇ ਇਹ ਸਦਾ ਉੱਥੇ ਹੀ ਰਹਿੰਦਾ ਹੈ। ਮਰਦ ਰਵਾਨਾ ਹੋਣ ਦੀ ਥਾਂ ਵਾਪਸ ਪਰਤਣ ਦੇ ਸੁਪਨੇ ਵਧੇਰੇ ਲੈਂਦੇ ਹਨ, ਮੁੰਡੇ ਨੇ ਕਿਹਾ। ਇਹ ਹੁਣੇ ਤੋਂ ਹੀ ਮਾਰੂਥਲ ਦੀ ਚੁੱਪ ਦਾ ਮੁੜ ਆਦੀ ਹੋਣ ਲੱਗ ਪਿਆ ਸੀ।
ਜੇ ਬੰਦੇ ਨੂੰ ਲੱਭਣ ਵਾਲੀ ਚੀਜ਼ ਸ਼ੁੱਧ ਧਾਤ ਦੀ ਬਣੀ ਹੋਈ ਹੋਵੇ ਤਾਂ ਇਹ ਕਦੇ ਵੀ ਖਰਾਬ ਨਹੀਂ ਹੁੰਦੀ ਅਤੇ ਬੰਦਾ ਹਮੇਸ਼ਾ ਵਾਪਸ ਪਰਤ ਸਕਦਾ ਹੈ। ਪਰ ਜੇ ਤੁਹਾਨੂੰ ਲੱਭੀ ਹੋਈ ਚੀਜ਼ ਇੱਕ ਪਲ ਭਰ ਦੀ ਰੋਸ਼ਨੀ ਮਾਤਰ ਹੋਵੇ, ਜਿਵੇਂ ਕਿ ਤਾਰਿਆਂ ਦਾ ਟੁੱਟਣਾ, ਤਾਂ ਤੁਹਾਨੂੰ ਵਾਪਸੀ ਉੱਤੇ ਕੁਝ ਵੀ ਨਹੀਂ ਲੱਭੇਗਾ। ਉਹ ਧਾਨਸਾਜੀ ਦੀ ਭਾਸ਼ਾ ਵਿੱਚ ਗੱਲ ਕਰ ਰਿਹਾ ਸੀ, ਪਰ ਮੁੰਡਾ ਜਾਣਦਾ ਸੀ ਕਿ ਉਹ ਫਾਤਮਾ ਦੀ ਗੱਲ ਕਰ ਰਿਹਾ ਹੈ। ਜੋ ਕੁਝ ਉਹ ਪਿੱਛੇ ਛੱਡ ਆਇਆ ਸੀ, ਉਸ ਬਾਰੇ ਨਾ ਸੋਚਣਾ ਕਾਫੀ ਔਖਾ ਲੱਗਦਾ ਸੀ। ਅਨੰਤ ਤੱਕ ਫੈਲਿਆ ਹੋਇਆ ਇੱਕੋ ਜਿਹਾ ਮਾਰੂਥਲ ਦੇਖ ਕੇ ਉਹ ਸੋਚਣ ਲੱਗ ਪਿਆ ਸੀ, ਮੁੰਡਾ ਹਾਲੇ ਵੀ ਖੰਜੂਰ ਦੇ ਦਰਖਤਾਂ, ਖੂਹਾਂ ਅਤੇ ਉਸ ਔਰਤ ਦਾ ਚਿਹਰਾ ਦੇਖ ਰਿਹਾ ਸੀ ਜਿਸ ਨੂੰ ਉਹ ਇਸ਼ਕ ਕਰਦਾ ਸੀ। ਉਹ ਦੇਖ ਸਕਦਾ ਸੀ ਕਿ ਅੰਗਰੇਜ਼ ਆਪਣੇ ਤਜਰਬੇ ਕਰ ਰਿਹਾ ਸੀ ਅਤੇ ਉਸ ਊਠ ਵਾਲੇ ਨੂੰ ਵੀ, ਜਿਸ ਨੇ ਅਣਜਾਣੇ ਵਿੱਚ ਹੀ ਉਸਦੇ ਅਧਿਆਪਕ ਦਾ ਕੰਮ ਕੀਤਾ ਸੀ। ਮੁੰਡੇ ਨੇ ਸੋਚਿਆ, ਖਬਰੇ ਧਾਨਸਾਜ ਨੇ ਕਦੇ ਇਸ਼ਕ ਹੀ ਨਹੀਂ ਸੀ ਕੀਤਾ। ਧਾਨਸਾਜ ਅੱਗੇ ਅੱਗੇ ਚੱਲ ਰਿਹਾ ਸੀ ਅਤੇ ਉਸਦਾ ਬਾਜ ਉਸਦੇ ਮੋਢੇ ਤੇ ਬੈਠਾ ਸੀ। ਪੰਛੀ ਨੂੰ ਮਾਰੂਥਲ ਦੀ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਸੀ ਅਤੇ ਜਦੋਂ ਹੀ ਉਹ ਰੁਕਦੇ, ਉਹ ਸ਼ਿਕਰਿਆਂ ਦੀ ਭਾਲ ਵਿੱਚ ਉੱਡ ਜਾਂਦਾ। ਪਹਿਲੇ ਦਿਨ ਉਹ ਇੱਕ ਖਰਗੋਸ਼ ਲੈ ਕੇ ਆਇਆ ਅਤੇ ਦੂਜੇ ਦਿਨ 2 ਪੰਛੀ। ਰਾਤ ਨੂੰ ਉਹ ਆਪਣਾ ਸੌਣ ਵਾਲਾ ਸਮਾਨ ਵਿਛਾਉਂਦੇ ਅਤੇ ਆਪਣੀ ਅੱਗ ਲੁਕੋ ਕੇ ਰੱਖਦੇ। ਮਾਰੂਥਲ ਦੀਆਂ ਰਾਤਾਂ ਠੰਡੀਆਂ ਸਨ ਅਤੇ ਚੰਦਰਮਾ ਦੇ ਸਫ਼ਰ ਕਰਨ ਕਾਰਨ ਇਹ ਹੋਰ ਕਾਲੀਆਂ ਹੁੰਦੀਆਂ ਜਾਂਦੀਆਂ ਸਨ। ਉਹ ਹਫ਼ਤਾ ਭਰ ਤੁਰਦੇ ਰਹੇ ਅਤੇ ਇਸ ਸਮੇਂ ਦੌਰਾਨ ਸਿਰਫ ਇਹੀ ਗੱਲਾਂ ਕਰਦੇ ਰਹੇ ਕਿ ਕਬੀਲਿਆਂ ਵਿਚਾਲੇ ਲੜਾਈਆਂ ਤੋਂ ਬਚਣ ਲਈ ਉਹਨਾਂ ਨੂੰ ਕਿਹੜੀ ਇਹਤਿਆਤ ਵਰਤਣੀ ਚਾਹੀਦੀ ਹੈ। ਜੰਗ ਚੱਲ ਰਹੀ ਸੀ ਅਤੇ ਕਦੇ-ਕਦੇ ਹਵਾ ਵਿੱਚ ਖੂਨ ਦੀ ਹਲਕੀ ਜਿਹੀ ਬੋ ਵੀ ਸ਼ਾਮਿਲ ਹੁੰਦੀ ਸੀ। ਲੜਾਈਆਂ ਕਿਤੇ ਨੇੜੇ ਹੀ ਕੀਤੀਆਂ ਜਾ ਰਹੀਆਂ ਸਨ ਅਤੇ ਹਵਾ ਮੁੰਡੇ ਨੂੰ ਇਹ ਚੇਤੇ ਕਰਵਾਉਂਦੀ ਸੀ ਕਿ ਨਿਸ਼ਾਨੀਆਂ ਦੀ ਇੱਕ ਭਾਸ਼ਾ ਹੈ ਜਿਹੜੀ ਉਸਨੂੰ ਉਹ ਗੱਲਾਂ ਦਿਖਾਉਣ ਲਈ ਸਦਾ ਤਿਆਰ ਰਹਿੰਦੀ ਹੈ ਜਿਹੜੀਆਂ ਉਹ ਖੁਦ ਦੇਖਣ ਤੋਂ ਅਸਮਰਥ ਰਿਹਾ ਸੀ। 7ਵੇਂ ਦਿਨ ਧਾਨਸਾਜ ਨੇ ਰੋਜ਼ ਨਾਲੋਂ ਪਹਿਲਾਂ ਪੜਾਅ ਕਰਨ ਦਾ ਫੈਸਲਾ ਕੀਤਾ। ਬਾਜ਼ ਸ਼ਿਕਾਰ ਕਰਨ ਲਈ ਉੱਡ ਗਿਆ ਅਤੇ ਧਾਨਸਾਜ ਨੇ ਆਪਣੇ ਭਾਂਡੇ ਵਿੱਚੋਂ ਮੁੰਡੇ ਨੂੰ ਪੀਣ ਲਈ ਪਾਣੀ ਦਿੱਤਾ। ਧਾਨਸਾਜ ਕਹਿਣ ਲੱਗਾ, ਤੂੰ ਹੁਣ ਆਪਣੇ ਸਫ਼ਰ ਦੇ ਕਰੀਬ ਅੰਤਿਮ ਪੜਾਅ ਤੇ ਪਹੁੰਚ ਗਿਆ ਹੈ। ਮੈਂ ਤੈਨੂੰ ਇਸ ਗੱਲ ਲਈ ਵਧਾਈ ਦਿੰਦਾ ਹਾਂ ਕਿ ਤੂੰ ਆਪਣੀ ਹੋਣੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਮੁੰਡਾ ਕਹਿਣ ਲੱਗਾ, ਸਾਰੇ ਰਸਤੇ ਭਰ ਤੁਸੀਂ ਮੈਨੂੰ ਕੁਝ ਨਹੀਂ ਦੱਸਿਆ। ਮੈਂ ਸੋਚਿਆ ਸੀ ਕਿ ਤੁਸੀਂ ਮੈਨੂੰ ਆਪਣੇ ਗਿਆਨ ਦੀਆਂ ਕੁਝ ਗੱਲਾਂ ਸਿਖਾਓਗੇ। ਕੁਝ ਸਮਾਂ ਪਹਿਲਾਂ ਮੈਂ ਇੱਕ ਐਸੇ ਬੰਦੇ ਨਾਲ ਮਾਰੂਥਲ ਵਿੱਚ ਸਫ਼ਰ ਕੀਤਾ ਸੀ ਜਿਸ ਕੋਲ ਧਾਨਸਾਜੀ ਬਾਰੇ ਬਹੁਤ ਸਾਰੀਆਂ ਕਿਤਾਬਾਂ ਸਨ, ਪਰ ਉਸ ਤੋਂ ਵੀ ਮੈਂ ਕੁਝ ਨਹੀਂ ਸੀ ਸਿੱਖ ਸਕਿਆ। ਧਾਨਸਾਜ ਨੇ ਜਵਾਬ ਦਿੱਤਾ, ਸਿੱਖਣ ਦਾ ਸਿਰਫ ਇੱਕੋ ਹੀ ਢੰਗ ਹੈ, ਇਹ ਕਾਰਜ ਰਾਹੀਂ ਕੀਤਾ ਜਾਂਦਾ ਹੈ। ਜਿੰਨਾ ਕੁਝ ਤੈਨੂੰ ਸਿੱਖਣ ਦੀ ਲੋੜ ਸੀ, ਉਹਨਾਂ ਕੁਝ ਤੂੰ ਆਪਣੀ ਯਾਤਰਾ ਦੌਰਾਨ ਸਿੱਖ ਲਿਆ ਹੈ। ਹੁਣ ਤੈਨੂੰ ਸਿਰਫ ਇੱਕੋ ਹੀ ਹੋਰ ਚੀਜ਼ ਸਿੱਖਣ ਦੀ ਲੋੜ ਹੈ। ਮੁੰਡਾ ਜਾਣਨਾ ਚਾਹੁੰਦਾ ਸੀ ਕਿ ਉਹ ਗੱਲ ਕੀ ਹੈ, ਪਰ ਧਾਨਸਾਜ ਤਾਂ ਦੂਰ ਅਸਮਾਨ ਨੂੰ ਦੇਖਦਾ ਹੋਇਆ ਆਪਣੇ ਬਾਜ਼ ਦੀ ਉਡੀਕ ਕਰ ਰਿਹਾ ਸੀ। ਤੁਹਾਨੂੰ ਧਾਨਸਾਜ ਕਿਉਂ ਕਹਿੰਦੇ ਹਨ? ਕਿਉਂਕਿ ਮੈਂ ਇਹੀ ਹਾਂ। ਉਹਨਾਂ ਹੋਰ ਧਾਨਸਾਜਾਂ ਦਾ ਕੀ ਬਣਿਆ ਜਿਨ੍ਹਾਂ ਨੇ ਸੋਹਣਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਬਣਾ ਨਾ ਸਕੇ? ਬਜ਼ੁਰਗ ਕਹਿਣ ਲੱਗਾ, ਉਹ ਸਿਰਫ ਸੋਹਣਾ ਹੀ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਆਪਣੀ ਹੋਣੀ ਦਾ ਖਜ਼ਾਨਾ ਲੱਭਣ ਦੀ ਇੱਛਾ ਤਾਂ ਰੱਖਦੇ ਸਨ, ਪਰ ਆਪਣੀ ਹੋਣੀ ਨੂੰ ਹਕੀਕਤ ਵਿੱਚ ਜਿਉਣ ਦੀ ਇੱਛਾ ਨਹੀਂ ਸਨ ਰੱਖਦੇ। ਉਹ ਕਿਹੜੀ ਗੱਲ ਹੈ ਜਿਹੜੀ ਮੈਂ ਹਾਲੇ ਸਿੱਖਣੀ ਹੈ? ਮੁੰਡੇ ਨੇ ਪੁੱਛਿਆ। ਪਰ ਧਾਨਸਾਜ ਲਗਾਤਾਰ ਦੂਰ ਅਸਮਾਨ ਵੱਲ ਦੇਖਦਾ ਰਿਹਾ। ਆਖਿਰਕਾਰ ਬਾਜ਼ ਖਾਣਾ ਲੈ ਕੇ ਉਹਨਾਂ ਲਈ ਆ ਪਹੁੰਚਿਆ। ਉਹਨਾਂ ਧਰਤੀ ਵਿੱਚ ਇੱਕ ਟੋਆ ਪੁੱਟਿਆ ਤੇ ਇਸ ਵਿੱਚ ਅੱਗ ਬਾਲ ਲਈ ਤਾਂ ਕਿ ਇਸ ਦੀਆਂ ਲਾਟਾਂ ਦਿਖਾਈ ਨਾ ਦੇਣ। ਖਾਣਾ ਬਣਾਉਂਦੇ ਹੋਏ ਉਹ ਕਹਿਣ ਲੱਗਾ, ਮੈਂ ਇਸ ਲਈ ਧਾਨਸਾਜ ਹਾਂ ਕਿਉਂਕਿ ਮੈਂ ਧਾਨਸਾਜ ਹਾਂ। ਮੈਂ ਇਹ ਵਿਗਿਆਨ ਆਪਣੇ ਦਾਦੇ ਤੋਂ ਸਿੱਖਿਆ ਸੀ, ਜਿਸ ਨੇ ਆਪਣੇ ਪਿਤਾ ਤੋਂ ਸਿੱਖਿਆ ਸੀ, ਅਤੇ ਇਹ ਸਿਲਸਿਲਾ ਸੰਸਾਰ ਦੀ ਉਤਪਤੀ ਵਾਲੇ ਦਿਨ ਤੋਂ ਹੀ ਚੱਲਿਆ ਆ ਰਿਹਾ ਹੈ। ਉਨੀ ਦਿਨੀ ਇਸ ਹੁਨਰ ਨੂੰ ਸਿਰਫ ਇੱਕ ਪੰਨੇ ਦੀ ਟਿੱਕੀ ਤੇ ਹੀ ਲਿਖਿਆ ਜਾ ਸਕਦਾ ਸੀ, ਪਰ ਫਿਰ ਮਨੁੱਖ ਨੇ ਸਾਦਾ ਗੱਲਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੰਮੇ ਵਖਿਆਨ, ਵਿਆਖਿਆਵਾਂ ਅਤੇ ਦਾਰਸ਼ਨਿਕ ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਇਹ ਵੀ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਨੂੰ ਪਹਿਲਾਂ ਨਾਲੋਂ ਬਿਹਤਰ ਢੰਗ ਤਰੀਕੇ ਆਉਂਦੇ ਹਨ। ਫਿਰ ਵੀ ਪੰਨੇ ਦੀ ਟਿੱਕੀ ਹਜੇ ਵੀ ਕਾਇਮ ਹੈ। ਪੰਨੇ ਦੀ ਉਸ ਟਿੱਕੀ ਤੇ ਕੀ ਲਿਖਿਆ ਹੋਇਆ ਸੀ? ਮੁੰਡਾ ਜਾਣਨਾ ਚਾਹੁੰਦਾ ਸੀ।
ਤਾਂਸਾਜ ਨੇ ਧਰਤੀ ਵਿੱਚ ਕੁਝ ਵਾਹੁਣਾ ਸ਼ੁਰੂ ਕੀਤਾ ਅਤੇ 5 ਮਿੰਟਾਂ ਵਿੱਚ ਹੀ ਉਸਨੇ ਖਾਕਾ ਮੁਕੰਮਲ ਕਰ ਲਿਆ। ਜਦੋਂ ਉਹ ਵਾਹ ਰਿਹਾ ਸੀ ਤਾਂ ਮੁੰਡੇ ਨੂੰ ਬੁੱਢੇ ਬਾਦਸ਼ਾਹ ਦਾ ਚੇਤਾ ਆਇਆ ਅਤੇ ਨਾਲ ਉਸ ਬਾਜ਼ਾਰ ਦਾ ਵੀ ਜਿੱਥੇ ਉਸ ਦਿਨ ਮਿਲੇ ਸਨ। ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਇਹ ਘਟਨਾ ਅਨੰਤ ਸਾਲ ਪਹਿਲਾਂ ਵਾਪਰੀ ਹੋਵੇ। ਪੰਨੇ ਦੀ ਟਿੱਕੀ ਤੇ ਕੁਝ ਲਿਖਿਆ ਹੋਇਆ ਹੈ, ਤਾਂਸਾਜ ਨੇ ਕੰਮ ਮੁਕਾਉਣ ਮਗਰੋਂ ਕਿਹਾ। ਮੁੰਡੇ ਨੇ ਧਰਤੀ ਤੇ ਲਿਖੇ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ। ਮੁੰਡੇ ਨੇ ਨਿਰਾਸ਼ ਹੋ ਕੇ ਕਿਹਾ, ਇਹ ਤਾਂ ਕੋਈ ਕੋਡ ਹੈ। ਇਹ ਤਾਂ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦਾ ਮੈਂ ਅੰਗਰੇਜ਼ ਦੀ ਕਿਤਾਬ ਵਿੱਚ ਦੇਖਿਆ ਸੀ। ਨਹੀਂ, ਤਾਂਸਾਜ ਨੇ ਜਵਾਬ ਦਿੱਤਾ, ਇਹ ਤਾਂ ਉਹਨਾਂ 2 ਸ਼ਿਕਾਰੀਆਂ ਦੀ ਉਡਾਨ ਹੈ। ਇਸ ਨੂੰ ਸਿਰਫ ਤਰਕ ਨਾਲ ਹੀ ਸਮਝਿਆ ਜਾ ਸਕਦਾ ਹੈ। ਪੰਨੇ ਦੀ ਟਿੱਕੀ ਜਾਂ ਸੰਸਾਰ ਦੀ ਆਤਮਾ ਤੋਂ ਸਿੱਧੇ ਤੌਰ ਤੇ ਆਈ ਹੋਈ ਚੀਜ਼ ਹੈ। ਸਿਆਣੇ ਲੋਕ ਸਮਝਦੇ ਸਨ ਕਿ ਇਹ ਕੁਦਰਤੀ ਸੰਸਾਰ ਸਿਰਫ ਇੱਕ ਪਰਛਾਵਾਂ ਹੈ ਅਤੇ ਇਸ ਵਰਗ ਦੀ ਨਕਲ ਮਾਤਰ ਹੈ। ਇਸ ਸੰਸਾਰ ਦੀ ਹੋਂਦ ਦਾ ਮਤਲਬ ਸਿਰਫ ਇਸ ਗੱਲ ਦੀ ਗਰੰਟੀ ਹੈ ਕਿ ਜਿਹੜਾ ਦੂਸਰਾ ਸੰਸਾਰ ਕਿਤੇ ਮੌਜੂਦ ਹੈ ਉਹ ਬਿਲਕੁਲ ਮੁਕੰਮਲ ਹੈ। ਅੱਲਾ ਨੇ ਇਸ ਸੰਸਾਰ ਨੂੰ ਇਸ ਲਈ ਸਿਰਜਿਆ ਤਾਂ ਕਿ ਇਸ ਦੀਆਂ ਦਿਖਾਈ ਦੇਣ ਵਾਲੀਆਂ ਵਸਤਾਂ ਰਾਹੀਂ ਧਰਤੀ ਦੇ ਲੋਕ ਉਸ ਦੀਆਂ ਅਧਿਆਤਮਿਕ ਸਿੱਖਿਆਵਾਂ ਨੂੰ ਵੀ ਸਮਝ ਸਕਣ ਅਤੇ ਉਸ ਦੀ ਸਿਆਣਪ ਦੇ ਕਮਾਲ ਨੂੰ ਵੀ। ਜਦੋਂ ਮੈਂ ਕਾਰਜ ਦੀ ਗੱਲ ਕਰਦਾ ਹਾਂ ਤਾਂ ਮੇਰਾ ਮਤਲਬ ਇਹੀ ਹੁੰਦਾ ਹੈ। ਕੀ ਮੈਨੂੰ ਪੰਨੇ ਦੀ ਟਿੱਕੀ ਨੂੰ ਸਮਝਣਾ ਚਾਹੀਦਾ ਹੈ? ਮੁੰਡੇ ਨੇ ਪੁੱਛਿਆ। ਸ਼ਾਇਦ ਜੇ ਤੂੰ ਇਸ ਵੇਲੇ ਤਾਂਤਸਾ ਜੀ ਦੀ ਕਿਸੇ ਪ੍ਰਯੋਗਸ਼ਾਲਾ ਵਿੱਚ ਹੁੰਦਾ ਤਾਂ ਪੰਨੇ ਦੀ ਟਿੱਕੀ ਦੇ ਭੇਦ ਨੂੰ ਪੜ੍ਹਨ ਅਤੇ ਸਮਝਣ ਦਾ ਇਹ ਸਭ ਤੋਂ ਵਧੀਆ ਮੌਕਾ ਹੋਣਾ ਸੀ। ਪਰ ਤੂੰ ਇਸ ਵੇਲੇ ਮਾਰੂਥਲ ਵਿੱਚ ਹੈ, ਇਸ ਲਈ ਆਪਣੇ ਆਪ ਨੂੰ ਮਾਰੂਥਲ ਵਿੱਚ ਹੀ ਜਜ਼ਬ ਕਰ। ਮਾਰੂਥਲ ਹੀ ਤੈਨੂੰ ਸੰਸਾਰ ਬਾਰੇ ਸਮਝਾਵੇਗਾ। ਅਸਲ ਵਿੱਚ ਤਾਂ ਧਰਤੀ ਉਤਲੀ ਕੋਈ ਚੀਜ਼ ਇਸ ਤਰ੍ਹਾਂ ਕਰ ਸਕਦੀ ਹੈ। ਤੈਨੂੰ ਤਾਂ ਅਸਲ ਵਿੱਚ ਮਾਰੂਥਲ ਨੂੰ ਸਮਝਣ ਦੀ ਵੀ ਲੋੜ ਨਹੀਂ। ਤੂੰ ਤਾਂ ਜੇ ਮਿੱਟੀ ਦੇ ਇੱਕ ਕਣ ਤੇ ਵੀ ਵਿਚਾਰ ਕਰ ਲਵੇਂ ਤਾਂ ਤੂੰ ਸਿਰਜਣਾ ਦੇ ਸਾਰੇ ਕਮਾਲਾਂ ਨੂੰ ਦੇਖ ਸਕੇਗਾ। ਮੈਂ ਆਪਣੇ ਆਪ ਨੂੰ ਮਾਰੂਥਲ ਵਿੱਚ ਕਿਵੇਂ ਜਜ਼ਬ ਕਰਾਂ? ਆਪਣੇ ਦਿਲ ਦੀ ਸੁਣ। ਇਹ ਸਭ ਕੁਝ ਜਾਣਦਾ ਹੈ ਕਿਉਂਕਿ ਇਹ ਉਸ ਅਨੰਤ ਆਤਮਾ ਵਿੱਚੋਂ ਆਇਆ ਹੈ ਅਤੇ ਇੱਕ ਦਿਨ ਉੱਥੇ ਹੀ ਪਰਤ ਜਾਵੇਗਾ। ਅਗਲਾ ਅੰਕ। ਅਗਲੇ 2 ਦਿਨ ਵੀ ਉਹ ਚੁੱਪ-ਚਪੀਤੇ ਹੀ ਮਾਰੂਥਲ ਵਿੱਚੋਂ ਲੰਘਦੇ ਰਹੇ। ਤਾਂਤਸਾਜ ਪਹਿਲਾਂ ਨਾਲੋਂ ਕਿਤੇ ਵਧੇਰੇ ਚੌਕਸ ਹੋ ਗਿਆ ਸੀ ਕਿਉਂਕਿ ਉਹ ਐਸੇ ਇਲਾਕੇ ਵੱਲ ਵੱਧ ਰਹੇ ਸਨ ਜਿੱਥੇ ਸਭ ਤੋਂ ਵੱਧ ਹਿੰਸਕ ਲੜਾਈਆਂ ਚੱਲ ਰਹੀਆਂ ਸਨ। ਜਿਉਂ-ਜਿਉਂ ਅੱਗੇ ਵੱਧਦੇ ਰਹੇ ਤਿਉਂ-ਤਿਉਂ ਮੁੰਡੇ ਨੇ ਆਪਣੇ ਦਿਲ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ। ਇਸ ਤਰ੍ਹਾਂ ਕਰਨਾ ਸੌਖਾ ਨਹੀਂ ਸੀ। ਪਹਿਲਾਂ ਉਹਦਾ ਦਿਲ ਹਮੇਸ਼ਾ ਹੀ ਆਪਣੀ ਕਹਾਣੀ ਦੱਸਣ ਲਈ ਤਿਆਰ ਰਹਿੰਦਾ ਸੀ, ਪਰ ਪਿਛਲੇ ਕੁਝ ਸਮੇਂ ਤੋਂ ਅਜਿਹਾ ਨਹੀਂ ਸੀ ਹੋ ਰਿਹਾ। ਕਦੇ-ਕਦੇ ਐਸਾ ਸਮਾਂ ਵੀ ਆਉਂਦਾ ਜਦੋਂ ਉਸਦਾ ਦਿਲ ਆਪਣੀ ਉਦਾਸੀ ਬਿਆਨ ਕਰਨ ਲਈ ਕਈ ਘੰਟੇ ਲਾ ਦਿੰਦਾ ਅਤੇ ਕਈ ਵਾਰੀ ਮਾਰੂਥਲ ਦੀ ਚੜ੍ਹਦੀ ਸਵੇਰ ਉੱਤੇ ਵੀ ਇੰਨਾ ਭਾਵੁਕ ਹੋ ਜਾਂਦਾ ਕਿ ਮੁੰਡੇ ਨੂੰ ਆਪਣੇ ਅੱਥਰੂ ਲੁਕਾਉਣੇ ਪੈਂਦੇ। ਮੁੰਡਾ ਜਦੋਂ ਉਸ ਨਾਲ ਖਜ਼ਾਨੇ ਦੀ ਗੱਲ ਕਰਦਾ ਤਾਂ ਉਸਦਾ ਦਿਲ ਸਭ ਤੋਂ ਤੇਜ਼ੀ ਨਾਲ ਧੜਕਦਾ ਅਤੇ ਜਦੋਂ ਮੁੰਡਾ ਮਾਰੂਥਲ ਦੇ ਅਮੁੱਕ ਦਿਸ-ਹੱਦਿਆਂ ਵਿੱਚ ਗੁੰਮ ਹੋ ਜਾਂਦਾ ਤਾਂ ਇਹ ਦਿਲ ਹੌਲੀ ਧੜਕਣ ਲੱਗਦਾ। ਪਰ ਉਸਦਾ ਦਿਲ ਕਦੇ ਵੀ ਚੁੱਪ ਨਹੀਂ ਸੀ ਰਹਿੰਦਾ, ਉਦੋਂ ਵੀ ਨਹੀਂ ਜਦੋਂ ਮੁੰਡਾ ਅਤੇ ਤਾਂਤਸਾ ਚੁੱਪ ਹੋ ਗਏ ਸਨ। ਉਸ ਰਾਤ ਜਦੋਂ ਉਹਨਾਂ ਪੜਾਅ ਕੀਤਾ ਤਾਂ ਮੁੰਡੇ ਨੇ ਪੁੱਛਿਆ, ਸਾਨੂੰ ਆਪਣੇ ਦਿਲ ਦੀ ਗੱਲ ਕਿਉਂ ਸੁਣਨੀ ਚਾਹੀਦੀ ਹੈ? ਕਿਉਂਕਿ ਜਿੱਥੇ ਕਿਤੇ ਵੀ ਤੁਹਾਡਾ ਦਿਲ ਹੈ ਉੱਥੇ ਹੀ ਤੁਹਾਨੂੰ ਤੁਹਾਡਾ ਖਜ਼ਾਨਾ ਲੱਭਣਾ ਹੈ। ਮੁੰਡਾ ਕਹਿਣ ਲੱਗਾ, ਪਰ ਮੇਰਾ ਦਿਲ ਤਾਂ ਉਤੇਜਿਤ ਹੈ, ਇਸ ਦੇ ਆਪਣੇ ਸੁਪਨੇ ਹਨ, ਇਹ ਭਾਵੁਕ ਹੋ ਜਾਂਦਾ ਹੈ ਅਤੇ ਇਹ ਮਾਰੂਥਲ ਦੀ ਔਰਤ ਨੂੰ ਇਸ਼ਕ ਕਰਨ ਲੱਗਦਾ ਹੈ। ਇਹ ਮੈਥੋਂ ਗੱਲਾਂ ਪੁੱਛਦਾ ਰਹਿੰਦਾ ਹੈ ਅਤੇ ਰਾਤ ਨੂੰ ਉਦੋਂ ਮੈਨੂੰ ਸੌਣ ਨਹੀਂ ਦਿੰਦਾ ਜਦੋਂ ਮੈਂ ਉਸ ਔਰਤ ਬਾਰੇ ਸੋਚ ਰਿਹਾ ਹੁੰਦਾ ਹਾਂ। ਇਹ ਤਾਂ ਠੀਕ ਹੀ ਹੈ, ਤੇਰਾ ਦਿਲ ਜਿਉਂਦਾ ਹੈ, ਜੋ ਕੁਝ ਵੀ ਉਹ ਕਹਿ ਰਿਹਾ ਹੈ ਉਸ ਨੂੰ ਸੁਣਦਾ ਰਹਿ। ਅਗਲੇ 3 ਦਿਨਾਂ ਦੌਰਾਨ ਦੋਵੇਂ ਮੁਸਾਫਿਰ ਬਹੁਤ ਸਾਰੇ ਹਥਿਆਰਬੰਦ ਕਬਾਇਲੀਆਂ ਦੇ ਕੋਲੋਂ ਦੀ ਲੰਘੇ ਅਤੇ ਉਹਨਾਂ ਬਹੁਤ ਸਾਰੇ ਹੋਰ ਸੈਨਿਕ ਦੂਰ ਤੋਂ ਵੀ ਦੇਖੇ। ਮੁੰਡੇ ਦੇ ਦਿਲ ਨੇ ਡਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦਿਲ ਨੇ ਉਸਨੂੰ ਅਨੰਤ ਆਤਮਾ ਤੋਂ ਸੁਣੀਆਂ ਕਹਾਣੀਆਂ ਸੁਣਾਈਆਂ, ਉਹਨਾਂ ਲੋਕਾਂ ਦੀਆਂ ਕਹਾਣੀਆਂ ਜਿਨ੍ਹਾਂ ਨੇ ਆਪਣਾ ਖਜ਼ਾਨਾ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਦੇ ਵੀ ਸਫਲ ਨਾ ਹੋਏ। ਕਦੇ-ਕਦੇ ਮੁੰਡੇ ਨੂੰ ਇਹ ਗੱਲ ਕਹਿ ਕੇ ਡਰਾ ਦਿੰਦਾ ਕਿ ਖਬਰੇ ਉਸਨੂੰ ਵੀ ਉਸਦਾ ਖਜ਼ਾਨਾ ਨਾ ਲੱਭੇ ਜਾਂ ਫਿਰ ਉਹ ਮਾਰੂਥਲ ਵਿੱਚ ਹੀ ਮਰ ਜਾਵੇ। ਕਦੇ-ਕਦੇ ਉਹ ਮੁੰਡੇ ਨੂੰ ਦੱਸਦਾ ਕਿ ਇਹ ਬੜਾ ਸੰਤੁਸ਼ਟ ਸੀ ਕਿਉਂਕਿ ਇਸਨੂੰ ਪਿਆਰ ਅਤੇ ਅਮੀਰੀ ਲੱਭ ਪਈ ਸੀ।
ਮੇਰਾ ਦਿਲ ਗੱਦਾਰ ਹੈ, ਇਹ ਨਹੀਂ ਚਾਹੁੰਦਾ ਕਿ ਮੈਂ ਅੱਗੇ ਜਾਵਾਂ। ਜਦੋਂ ਉਹ ਘੋੜਿਆਂ ਨੂੰ ਸਾਹ ਦਿਵਾਉਣ ਲਈ ਰੁਕੇ ਤਾਂ ਮੁੰਡੇ ਨੇ ਧਾਨਸਾਜ ਨੂੰ ਕਿਹਾ। ਧਾਨਸਾਜ ਨੇ ਜਵਾਬ ਦਿੱਤਾ, ਇਹਦੀ ਗੱਲ ਸਮਝ ਆਉਂਦੀ ਹੈ, ਇਹ ਕੁਦਰਤੀ ਤੌਰ ਤੇ ਹੀ ਡਰਦਾ ਹੈ ਕਿ ਆਪਣਾ ਸੁਪਨਾ ਪੂਰਾ ਕਰਦੇ ਕਰਦੇ ਤੂੰ ਕਿਤੇ ਉਹ ਕੁਛ ਨਾ ਗਵਾ ਬੈਠੇ ਜੋ ਕੁਛ ਤੂੰ ਹੁਣ ਤੱਕ ਹਾਸਲ ਕੀਤਾ ਹੈ। ਤਾਂ ਫਿਰ ਮੈਨੂੰ ਆਪਣੇ ਦਿਲ ਦੀ ਗੱਲ ਕਿਉਂ ਸੁਣਨੀ ਚਾਹੀਦੀ ਹੈ? ਕਿਉਂਕਿ ਤੂੰ ਇਸ ਤੋਂ ਬਾਅਦ ਕਦੇ ਵੀ ਇਸ ਨੂੰ ਸ਼ਾਂਤ ਨਹੀਂ ਕਰਾ ਸਕੇਗਾ। ਜੇ ਤੂੰ ਇਸ ਤਰ੍ਹਾਂ ਬਹਾਨਾ ਕੀਤਾ ਕਿ ਜੋ ਇਸਨੇ ਦੱਸਿਆ ਹੈ ਉਹ ਤੂੰ ਸੁਣਿਆ ਨਹੀਂ, ਤਾਂ ਹਮੇਸ਼ਾ ਇਹ ਤੇਰੇ ਅੰਦਰ ਬੈਠਾ ਹੋਇਆ ਵਾਰ-ਵਾਰ ਦੁਹਰਾਉਂਦਾ ਰਹੇਗਾ ਕਿ ਤੂੰ ਜ਼ਿੰਦਗੀ ਬਾਰੇ ਅਤੇ ਸੰਸਾਰ ਬਾਰੇ ਕੀ ਸੋਚਦਾ ਹੈ। ਤੁਹਾਡਾ ਮਤਲਬ ਹੈ ਕਿ ਜੇ ਇਹ ਦੁਖੀ ਵੀ ਕਰੇ ਤਾਂ ਵੀ ਮੈਨੂੰ ਇਹਦੀ ਗੱਲ ਸੁਣਨੀ ਚਾਹੀਦੀ ਹੈ? ਗੱਦਾਰੀ ਦੀ ਸੱਟ ਅਚਨਚੇਤ ਵੱਜਦੀ ਹੈ। ਜੇ ਤੁਸੀਂ ਆਪਣੇ ਦਿਲ ਨੂੰ ਚੰਗੀ ਤਰ੍ਹਾਂ ਜਾਣੋ ਤਾਂ ਇਹ ਤੁਹਾਡੇ ਨਾਲ ਕਦੇ ਵੀ ਗੱਦਾਰੀ ਨਹੀਂ ਕਰ ਸਕਦਾ। ਇਸ ਦਾ ਕਾਰਨ ਇਹ ਹੈ ਕਿ ਤੁਸੀਂ ਇਸ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਜਾਣਦੇ ਹੋਵੋਗੇ ਅਤੇ ਇਹ ਵੀ ਜਾਣਦੇ ਹੋਵੋਗੇ ਕਿ ਇਹਨਾਂ ਨਾਲ ਕਿਵੇਂ ਨਿਪਟਣਾ ਹੈ। ਜਿਉਂ-ਜਿਉਂ ਮਾਰੂਥਲ ਲੰਘਦੇ ਗਏ, ਮੁੰਡਾ ਆਪਣੇ ਦਿਲ ਨੂੰ ਸੁਣਦਾ ਰਿਹਾ। ਉਹ ਇਸ ਦੀਆਂ ਚਾਲਾਂ ਨੂੰ ਸਮਝਣ ਲੱਗ ਪਿਆ ਅਤੇ ਨਾਲ ਹੀ ਇਸ ਨੂੰ ਪ੍ਰਵਾਨ ਵੀ ਕਰਨ ਲੱਗ ਪਿਆ। ਉਸ ਦਾ ਡਰਮ ਜਾਂਦਾ ਰਿਹਾ ਅਤੇ ਨਾਲ ਦੀ ਨਾਲ ਉਹ ਨਕਲੀ ਸਥਾਨ ਤੇ ਵਾਪਸ ਜਾਣ ਦੀ ਲੋੜ ਬਾਰੇ ਵੀ ਭੁੱਲ ਗਿਆ, ਕਿਉਂਕਿ ਇੱਕ ਸ਼ਾਮ ਉਸਦੇ ਦਿਲ ਨੇ ਉਸ ਨੂੰ ਦੱਸਿਆ ਕਿ ਉਹ ਖੁਦ ਇਹ ਕਹਿਣ ਲੱਗਾ ਕਿ ਭਾਵੇਂ ਮੈਂ ਕਿਤੇ-ਕਿਤੇ ਸ਼ਿਕਾਇਤ ਕਰਦਾ ਹਾਂ, ਪਰ ਇਹ ਇਸ ਲਈ ਹੈ ਕਿਉਂਕਿ ਮੈਂ ਕਿਸੇ ਬੰਦੇ ਦਾ ਦਿਲ ਹਾਂ ਅਤੇ ਬੰਦਿਆਂ ਦੇ ਦਿਲ ਇਸੇ ਤਰ੍ਹਾਂ ਦੇ ਹੀ ਹੁੰਦੇ ਹਨ। ਲੋਕ ਆਮ ਕਰਕੇ ਆਪਣੇ ਸਭ ਤੋਂ ਮਹੱਤਵਪੂਰਨ ਸੁਪਨਿਆਂ ਦੀ ਭਾਲ ਕਰਨ ਤੋਂ ਡਰਦੇ ਰਹਿੰਦੇ ਹਨ, ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਉਹ ਇਹਨਾਂ ਸੁਪਨਿਆਂ ਦੇ ਕਾਬਿਲ ਨਹੀਂ ਹਨ ਜਾਂ ਫਿਰ ਕਿ ਉਹ ਇਹਨਾਂ ਨੂੰ ਪ੍ਰਾਪਤ ਕਰਨ ਦੇ ਸਮਰੱਥ ਨਹੀਂ ਹਨ। ਅਸੀਂ ਉਹਨਾਂ ਦੇ ਦਿਲ ਆਪਣੇ ਉਹਨਾਂ ਪਿਆਰਿਆਂ ਬਾਰੇ ਸੋਚ ਕੇ ਹੀ ਡਰ ਜਾਂਦੇ ਹਾਂ ਜਿਹੜੇ ਸਦਾ ਲਈ ਚਲੇ ਜਾਂਦੇ ਹਨ, ਜਾਂ ਫਿਰ ਉਹਨਾਂ ਪਲਾਂ ਤੋਂ ਡਰਨ ਲੱਗਦੇ ਹਾਂ ਜਿਹੜੇ ਚੰਗੇ ਹੋ ਸਕਦੇ ਸਨ ਪਰ ਨਹੀਂ ਸਨ, ਜਾਂ ਫਿਰ ਉਹਨਾਂ ਖਜ਼ਾਨਿਆਂ ਬਾਰੇ ਜਿਹੜੇ ਲੱਭੇ ਜਾ ਸਕਦੇ ਸਨ ਪਰ ਸਦਾ ਲਈ ਰੇਤੇ ਵਿੱਚ ਦੱਬੇ ਰਹਿ ਗਏ ਸਨ। ਕਿਉਂਕਿ ਜਦੋਂ ਇਹ ਸਭ ਕੁਝ ਵਾਪਰਦਾ ਹੈ ਤਾਂ ਸਭ ਤੋਂ ਵੱਧ ਤਕਲੀਫ ਸਾਨੂੰ ਹੁੰਦੀ ਹੈ। ਮੇਰਾ ਦਿਲ ਡਰਦਾ ਹੈ ਕਿ ਖਬਰੇ ਇਸ ਨੂੰ ਤਕਲੀਫ ਸਹਿਣੀ ਪਵੇ। ਇੱਕ ਮੱਸਿਆ ਦੀ ਰਾਤ ਅਸਮਾਨ ਵੱਲ ਦੇਖਦੇ ਹੋਏ ਮੁੰਡੇ ਨੇ ਧਾਨਸਾਜ ਨੂੰ ਕਿਹਾ ਸੀ, ਆਪਣੇ ਦਿਲ ਨੂੰ ਦੱਸ ਕੇ ਦਰਦ ਦਾ ਡਰ ਖੁਦ ਦਰਦ ਨਾਲੋਂ ਕਿਤੇ ਜ਼ਿਆਦਾ ਭੈੜਾ ਹੁੰਦਾ ਹੈ। ਇਹ ਵੀ ਦੱਸ ਕੇ ਕਿਸੇ ਵੀ ਉਸ ਦਿਲ ਨੂੰ ਅੱਜ ਤੱਕ ਉਦੋਂ ਕੋਈ ਤਕਲੀਫ ਨਹੀਂ ਹੋਈ ਜਦੋਂ ਇਹ ਆਪਣੇ ਸੁਪਨਿਆਂ ਦੀ ਭਾਲ ਵਿੱਚ ਨਿਕਲਦਾ ਹੈ, ਕਿਉਂਕਿ ਭਾਲ ਤਾਂ ਹਰ ਪਲ ਹੀ ਅੱਲਾ ਤੇ ਇਸ ਦੀ ਅਨੰਤਤਾ ਨਾਲ ਸੁਮੇਲ ਦਾ ਪਲ ਹੁੰਦਾ ਹੈ। ਮੁੰਡੇ ਨੇ ਆਪਣੇ ਦਿਲ ਨੂੰ ਕਿਹਾ, ਖੋਜ ਤਾਂ ਹਰ ਪਲ ਈਸ਼ਵਰ ਨਾਲ ਸੁਮੇਲ ਹੁੰਦਾ ਹੈ। ਜਦੋਂ ਮੈਂ ਸੱਚਮੁੱਚ ਹੀ ਆਪਣਾ ਖਜ਼ਾਨਾ ਲੱਭਦਾ ਰਿਹਾ ਹਾਂ ਤਾਂ ਹਰ ਦਿਨ ਹੀ ਰੋਸ਼ਨ ਹੁੰਦਾ ਰਿਹਾ ਹੈ, ਕਿਉਂਕਿ ਮੈਂ ਜਾਣਦਾ ਸਾਂ ਕਿ ਇਸ ਦਿਨ ਦਾ ਹਰ ਪਲ ਉਸ ਖਜ਼ਾਨੇ ਦਾ ਹਿੱਸਾ ਹੈ ਜਿਹੜਾ ਮੈਂ ਲੱਭ ਲਵਾਂਗਾ। ਜਦੋਂ ਵੀ ਮੈਂ ਆਪਣੇ ਖਜ਼ਾਨੇ ਦੀ ਹਕੀਕੀ ਭਾਲ ਕਰਦਾ ਰਿਹਾ ਹਾਂ, ਉਦੋਂ ਹੀ ਮੈਂ ਰਸਤੇ ਵਿੱਚ ਐਸੀਆਂ ਨਵੀਆਂ ਚੀਜ਼ਾਂ ਲੱਭੀਆਂ ਹਨ ਜਿਹੜੀਆਂ ਮੈਨੂੰ ਕਦੇ ਵੀ ਨਹੀਂ ਸਨ ਲੱਭ ਸਕਦੀਆਂ। ਜੇਕਰ ਮੈਂ ਉਹ ਕੰਮ ਕਰਨ ਦਾ ਹੌਸਲਾ ਨਾ ਕੀਤਾ ਹੁੰਦਾ ਜਿਹੜਾ ਕੰਮ ਕਿਸੇ ਆਜੜੀ ਲਈ ਅਸੰਭਵ ਮਹਿਸੂਸ ਹੁੰਦਾ ਸੀ। ਇਸ ਲਈ ਉਸ ਦਾ ਦਿਲ ਸਾਰੀ ਸ਼ਾਮ ਚੁੱਪ ਰਿਹਾ। ਉਸ ਰਾਤ ਮੁੰਡੇ ਨੂੰ ਡੂੰਘੀ ਨੀਂਦ ਆਈ ਅਤੇ ਜਦੋਂ ਉਹ ਉੱਠਿਆ ਤਾਂ ਉਸ ਦੇ ਦਿਲ ਨੇ ਉਸ ਨੂੰ ਐਸੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਸਿੱਧੀਆਂ ਹੀ ਅਨੰਤ ਦੀ ਆਤਮਾ ਤੋਂ ਆ ਰਹੀਆਂ ਸਨ। ਇਸ ਨੇ ਦੱਸਿਆ ਕਿ ਜਿਹੜੇ ਲੋਕ ਖੁਸ਼ ਹੁੰਦੇ ਹਨ ਉਹਨਾਂ ਸਭ ਦੇ ਅੰਦਰ ਹੀ ਈਸ਼ਵਰ ਹੁੰਦਾ ਹੈ। ਉਸ ਨੇ ਵੀ ਦੱਸਿਆ ਕਿ ਖੁਸ਼ੀ ਤਾਂ ਜਿਵੇਂ ਕਿ ਧਾਨਸਾਜ ਨੇ ਦੱਸਿਆ ਸੀ, ਮਾਰੂਥਲ ਦੀ ਰੇਤ ਦੇ ਕਿਨਕੇ ਵਿੱਚੋਂ ਵੀ ਲੱਭੀ ਜਾ ਸਕਦੀ ਹੈ, ਕਿਉਂਕਿ ਰੇਤੇ ਦਾ ਇੱਕ ਕਿਨਕਾ ਸਿਰਜਣਾ ਦਾ ਇੱਕ ਪਲ ਹੈ ਅਤੇ ਇਸ ਕਾਇਨਾਤ ਨੂੰ ਸਿਰਜੇ ਜਾਣ ਵਿੱਚ ਕਰੋੜਾਂ ਸਾਲ ਲੱਗੇ ਹਨ। ਉਸ ਦਾ ਦਿਲ ਕਹਿਣ ਲੱਗਾ, ਇਸ ਧਰਤੀ ਤੇ ਹਰ ਸ਼ਖਸ ਲਈ ਕੋਈ ਨਾ ਕੋਈ ਖਜ਼ਾਨਾ ਉਡੀਕ ਕਰ ਰਿਹਾ ਹੈ। ਅਸੀਂ ਲੋਕਾਂ ਦੇ ਦਿਲ ਇਹਨਾਂ ਖਜ਼ਾਨਿਆਂ ਬਾਰੇ ਬਹੁਤੀਆਂ ਗੱਲਾਂ ਨਹੀਂ ਕਰਦੇ, ਕਿਉਂਕਿ ਲੋਕ ਹੁਣ ਇਹਨਾਂ ਦੀ ਭਾਲ ਵਿੱਚ ਜਾਣਾ ਹੀ ਨਹੀਂ ਚਾਹੁੰਦੇ। ਅਸੀਂ ਇਹ ਗੱਲਾਂ ਸਿਰਫ ਬੱਚਿਆਂ ਨੂੰ ਹੀ ਕਹਿੰਦੇ ਹਾਂ। ਉਸ ਤੋਂ ਬਾਅਦ ਅਸੀਂ ਜ਼ਿੰਦਗੀ ਨੂੰ ਆਪ ਮੁਹਾਰੇ ਆਪਣੀ ਹੋਣੀ ਵੱਲ ਤੁਰਦੇ ਰਹਿਣ ਦਿੰਦੇ ਹਾਂ। ਮੰਦੇ ਭਾਗਾਂ ਨੂੰ ਬਹੁਤ ਘੱਟ ਲੋਕ ਹਨ ਜਿਹੜੇ ਆਪਣੇ ਲਈ ਮਿੱਥੇ ਹੋਏ ਰਸਤੇ ਤੇ ਚੱਲਦੇ ਹਨ, ਉਹਨਾਂ ਦੀਆਂ ਹੋਣੀਆਂ ਦਾ ਰਸਤਾ ਤੇ ਉਹਨਾਂ ਦੀ ਖੁਸ਼ੀ ਵੱਲ ਦਾ ਰਸਤਾ। ਬਹੁਤ ਸਾਰੇ ਲੋਕ ਸਮਝਦੇ ਹਨ ਕਿ ਸੰਸਾਰ ਬੜਾ ਖਤਰਨਾਕ ਥਾਂ ਹੈ ਅਤੇ ਕਿਉਂਕਿ ਉਹ ਇਸ ਤਰ੍ਹਾਂ ਸੋਚਦੇ ਹਨ, ਇਸ ਲਈ ਸੰਸਾਰ ਵੀ ਉਸੇ ਤਰ੍ਹਾਂ ਹੀ ਖਤਰਨਾਕ ਬਣ ਜਾਂਦਾ ਹੈ। ਇਸ ਲਈ ਅਸੀਂ ਉਹਨਾਂ ਦੇ ਦਿਲ
ਲਗਾਤਾਰ ਧੀਮਾ ਬੋਲਣ ਲੱਗਦੇ ਹਨ। ਅਸੀਂ ਕਦੇ ਵੀ ਬੋਲਣਾ ਬੰਦ ਨਹੀਂ ਕਰਦੇ, ਪਰ ਸਾਨੂੰ ਲੱਗਣ ਲੱਗਦਾ ਹੈ ਕਿ ਸਾਡੇ ਸ਼ਬਦ ਸੁਣੇ ਨਹੀਂ ਜਾਣਗੇ। ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਦੁੱਖ ਹੋਵੇ, ਕਿਉਂਕਿ ਉਹ ਆਪਣੇ ਦਿਲਾਂ ਨੂੰ ਨਹੀਂ ਸੁਣਦੇ। ਲੋਕਾਂ ਦੇ ਦਿਲ ਉਹਨਾਂ ਨੂੰ ਆਪਣੇ ਸੁਪਨਿਆਂ ਦੀ ਪੂਰਤੀ ਦੇ ਯਤਨ ਕਰਦੇ ਰਹਿਣ ਲਈ ਕਿਉਂ ਨਹੀਂ ਕਹਿੰਦੇ? ਮੁੰਡੇ ਨੇ ਧਾਨਸਾਜ ਨੂੰ ਪੁੱਛਿਆ। ਕਿਉਂਕਿ ਇਸ ਨਾਲ ਹੀ ਦਿਲ ਨੂੰ ਸਭ ਤੋਂ ਵੱਧ ਤਕਲੀਫ ਹੁੰਦੀ ਹੈ ਅਤੇ ਦਿਲ ਤਕਲੀਫ ਨਹੀਂ ਸਹਿਣਾ ਚਾਹੁੰਦੇ। ਉਸ ਦਿਨ ਤੋਂ ਬਾਅਦ ਮੁੰਡੇ ਨੇ ਆਪਣੇ ਦਿਲ ਨੂੰ ਸਮਝਣਾ ਸ਼ੁਰੂ ਕਰ ਦਿੱਤਾ। ਉਸਨੇ ਦਿਲ ਨੂੰ ਕਿਹਾ ਕਿ ਉਹ ਕਦੇ ਵੀ ਉਸ ਨਾਲ ਗੱਲਾਂ ਕਰਨੀਆਂ ਬੰਦ ਨਾ ਕਰੇ। ਉਸਨੇ ਕਿਹਾ ਕਿ ਜਦੋਂ ਕਦੇ ਵੀ ਉਹ ਆਪਣੇ ਸੁਪਨੇ ਤੋਂ ਲਾਂਭੇ ਜਾਵੇ ਤਾਂ ਉਸਦਾ ਦਿਲ ਉਸ ਨੂੰ ਅਜਿਹਾ ਕਰਨ ਤੋਂ ਰੋਕੇ ਅਤੇ ਚੇਤਾਵਨੀ ਦੇਵੇ। ਮੁੰਡੇ ਨੇ ਪ੍ਰਣ ਕੀਤਾ ਕਿ ਜਦੋਂ ਵੀ ਕਦੇ ਉਹ ਚੇਤਾਵਨੀ ਨੂੰ ਸੁਣੇਗਾ ਤਾਂ ਦਿਲ ਦੇ ਸੁਨੇਹੇ ਵੱਲ ਧਿਆਨ ਦੇਵੇਗਾ। ਉਸ ਰਾਤ ਉਸਨੇ ਸਾਰੀਆਂ ਗੱਲਾਂ ਧਾਨਸਾਜ ਨੂੰ ਦੱਸੀਆਂ ਅਤੇ ਧਾਨਸਾਜ ਸਮਝ ਗਿਆ ਕਿ ਮੁੰਡੇ ਦਾ ਦਿਲ ਅਨੰਤ ਦੀ ਆਤਮਾ ਤੱਕ ਪਹੁੰਚ ਗਿਆ ਹੈ। ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ? ਮੁੰਡੇ ਨੇ ਪੁੱਛਿਆ। ਧਾਨਸਾਜ ਕਹਿਣ ਲੱਗਾ, ਪਿਰਾਮਿਡਾਂ ਦੀ ਦਿਸ਼ਾ ਵੱਲ ਨੂੰ ਵੱਧਦਾ ਜਾ ਅਤੇ ਨਾਲ ਦੀ ਨਾਲ ਨਿਸ਼ਾਨੀਆਂ ਵੱਲ ਧਿਆਨ ਦਿੰਦਾ ਜਾ। ਤੇਰਾ ਦਿਲ ਹਾਲੇ ਵੀ ਇਸ ਗੱਲ ਦੇ ਯੋਗ ਹੈ ਕਿ ਉਹ ਤੈਨੂੰ ਖਜ਼ਾਨੇ ਦੀ ਥਾਂ ਦਿਖਾ ਸਕੇ। ਕੀ ਇਹ ਗੱਲ ਉਹੀ ਹੈ ਜਿਹੜੀ ਮੈਨੂੰ ਹਾਲੇ ਵੀ ਜਾਣਨੀ ਚਾਹੀਦੀ ਹੈ? ਨਹੀਂ, ਤੈਨੂੰ ਹਾਲੇ ਜੋ ਕੁਝ ਜਾਣਨਾ ਚਾਹੀਦਾ ਹੈ ਉਹ ਇਸ ਤਰ੍ਹਾਂ ਹੈ ਕਿ ਕਿਸੇ ਸੁਪਨੇ ਦੀ ਪੂਰਤੀ ਹੋਣ ਤੋਂ ਪਹਿਲਾਂ ਅਨੰਤ ਦੀ ਆਤਮਾ ਉਸ ਸਭ ਕਾਸੇ ਦਾ ਇਮਤਿਹਾਨ ਲੈਂਦੀ ਹੈ ਜੋ ਕੁਝ ਬੰਦੇ ਨੇ ਰਸਤੇ ਵਿੱਚ ਸਿੱਖਿਆ ਹੋਵੇ। ਇਹ ਅਜਿਹਾ ਇਸ ਲਈ ਨਹੀਂ ਕਰਦੀ ਕਿ ਇਹ ਮਾੜੀ ਹੈ, ਸਗੋਂ ਇਸ ਲਈ ਕਰਦੀ ਹੈ ਤਾਂ ਕਿ ਆਪਣਾ ਸੁਪਨਾ ਪੂਰਾ ਕਰਨ ਦੇ ਨਾਲ ਨਾਲ ਅਸੀਂ ਇਹ ਸੁਪਨਾ ਪੂਰਾ ਕਰਨ ਦੇ ਰਸਤੇ ਦੌਰਾਨ ਹਾਸਲ ਕੀਤੇ ਹੋਏ ਸਬਕ ਨੂੰ ਚੰਗੀ ਤਰ੍ਹਾਂ ਚੇਤੇ ਕਰ ਲਈਏ। ਇਹੀ ਉਹ ਨੁਕਤਾ ਹੈ ਜਿੱਥੇ ਬਹੁਤ ਸਾਰੇ ਲੋਕ ਭਾਲ ਛੱਡ ਦਿੰਦੇ ਹਨ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਮਾਰੂਥਲ ਦੀ ਭਾਸ਼ਾ ਮੁਤਾਬਕ ਬੰਦਾ ਉਦੋਂ ਪਿਆਸ ਨਾਲ ਮਰ ਜਾਂਦਾ ਹੈ ਜਦੋਂ ਦੂਰ ਖੰਜੂਰ ਦੇ ਦਰਖਤ ਦਿਖਾਈ ਦੇਣ ਲੱਗਦੇ ਹਨ। ਹਰ ਖੋਜ ਦੇ ਸ਼ੁਰੂ ਵਿੱਚ ਸ਼ੁਰੂਆਤੀ ਸ਼ੁਭ ਕਿਸਮਤ ਹੁੰਦੀ ਹੈ ਅਤੇ ਹਰ ਖੋਜ ਦਾ ਅੰਤ ਹੋਣ ਤੱਕ ਜੇਤੂ ਨੇ ਬਹੁਤ ਸਖਤ ਇਮਤਿਹਾਨ ਪਾਸ ਕਰ ਲਏ ਹੁੰਦੇ ਹਨ। ਮੁੰਡੇ ਨੂੰ ਆਪਣੇ ਦੇਸ਼ ਦਾ ਇੱਕ ਪੁਰਾਣਾ ਮੁਹਾਵਰਾ ਚੇਤੇ ਆਇਆ। ਇਸ ਮੁਤਾਬਕ ਲੋ ਲੱਗਣ ਤੋਂ ਪਹਿਲਾਂ ਹਨੇਰਾ ਇੱਕਦਮ ਗਾੜਾ ਹੋ ਜਾਂਦਾ ਹੈ। ਅਗਲਾ ਅੰਕ। ਅਗਲੇ ਦਿਨ ਖਤਰੇ ਦਾ ਪਹਿਲਾ ਸਾਫ਼ ਸੰਕੇਤ ਦਿਖਾਈ ਦਿੱਤਾ। 3 ਹਥਿਆਰਬੰਦ ਕਬਾਇਲੀ ਉਹਨਾਂ ਕੋਲ ਆਏ ਤੇ ਪੁੱਛਣ ਲੱਗੇ ਕਿ ਉਹ ਦੋਵੇਂ ਉੱਥੇ ਕੀ ਕਰ ਰਹੇ ਸਨ। ਮੈਂ ਆਪਣੀ ਬਾਜ਼ ਨਾਲ ਸ਼ਿਕਾਰ ਕਰ ਰਿਹਾ ਹਾਂ, ਧਾਨਸਾਜ ਨੇ ਜਵਾਬ ਦਿੱਤਾ। ਕਬਾਇਲੀ ਕਹਿਣ ਲੱਗੇ, ਅਸੀਂ ਤੁਹਾਡੀ ਤਲਾਸ਼ੀ ਲਵਾਂਗੇ ਕਿ ਕਿਤੇ ਤੁਹਾਡੇ ਕੋਲ ਕੋਈ ਹਥਿਆਰ ਤਾਂ ਨਹੀਂ। ਧਾਨਸਾਜ ਮਰਕੜੇ ਜਿਹੇ ਘੋੜੇ ਤੋਂ ਉਤਰਿਆ ਅਤੇ ਮੁੰਡੇ ਨੇ ਵੀ ਇਸੇ ਤਰ੍ਹਾਂ ਹੀ ਕੀਤਾ। ਤੇਰੇ ਕੋਲ ਇੰਨੀ ਦੌਲਤ ਕਿਉਂ ਹੈ? ਇੱਕ ਕਬਾਇਲੀ ਨੇ ਮੁੰਡੇ ਦਾ ਝੋਲਾ ਫੋਲਦੇ ਹੋਏ ਪੁੱਛਿਆ। ਮੈਨੂੰ ਇਹ ਪਿਰਾਮਿਡਾਂ ਤੱਕ ਪਹੁੰਚਣ ਲਈ ਚਾਹੀਦਾ ਹੈ, ਉਸ ਕਿਹਾ। ਜਿਹੜਾ ਕਬਾਇਲੀ ਧਾਨਸਾਜ ਦਾ ਸਮਾਨ ਫਰੋਲ ਰਿਹਾ ਸੀ ਉਸਨੇ ਇੱਕ ਛੋਟੀ ਜਿਹੀ ਸ਼ੀਸ਼ੇ ਦੀ ਬੋਤਲ ਮਿਲੀ ਜਿਸ ਵਿੱਚ ਕੋਈ ਤਰਲ ਪਦਾਰਥ ਭਰਿਆ ਹੋਇਆ ਸੀ। ਇਸ ਦੇ ਨਾਲ ਹੀ ਪੀਲੇ ਰੰਗ ਦਾ ਇੱਕ ਸ਼ੀਸ਼ੇ ਦਾ ਅੰਡਾ ਵੀ ਸੀ ਜਿਹੜਾ ਕਿ ਮੁਰਗੀ ਦੇ ਆਂਡੇ ਨਾਲੋਂ ਰਤਾ ਕੁ ਵੱਡਾ ਸੀ। ਇਹ ਚੀਜ਼ਾਂ ਕੀ ਹਨ? ਉਸ ਪੁੱਛਿਆ। ਇਹ ਪਾਰਸ ਪੱਥਰ ਅਤੇ ਜੀਵਨ ਅੰਮ੍ਰਿਤ ਹਨ। ਇਹ ਧਾਨਸਾਜਾਂ ਦੀ ਅਜੀਮ ਪ੍ਰਾਪਤੀ ਹਨ। ਜਿਹੜਾ ਵੀ ਇਸ ਅੰਮ੍ਰਿਤ ਨੂੰ ਪੀ ਲਵੇ ਉਹ ਮੁੜ ਕਦੇ ਬਿਮਾਰ ਨਹੀਂ ਹੋਏਗਾ ਅਤੇ ਇਸ ਪੱਥਰ ਦਾ ਛੋਟਾ ਜਿਹਾ ਟੁਕੜਾ ਵੀ ਧਾਤ ਨੂੰ ਸੋਨੇ ਵਿੱਚ ਬਦਲ ਸਕਦਾ ਹੈ। ਅਰਬ ਉਸ ਤੇ ਹੱਸਣ ਲੱਗੇ ਅਤੇ ਧਾਨਸਾਜ ਵੀ ਉਹਨਾਂ ਦੇ ਨਾਲ ਹੱਸਣ ਲੱਗ ਪਿਆ। ਉਹਨਾਂ ਸੋਚਿਆ ਕਿ ਉਸਦਾ ਜਵਾਬ ਬੜਾ ਹਸਾਉਣਾ ਸੀ ਅਤੇ ਇਸ ਲਈ ਉਹਨਾਂ ਮੁੰਡੇ ਨੂੰ ਅਤੇ ਧਾਨਸਾਜ ਨੂੰ ਉਹਨਾਂ ਦੇ ਸਾਜ਼ ਸਮਾਨ ਸਮੇਤ ਅੱਗੇ ਜਾਣ ਦਿੱਤਾ। ਥੋੜਾ ਜਿਹਾ ਅੱਗੇ ਜਾਣ ਤੋਂ ਬਾਅਦ ਮੁੰਡੇ ਨੇ ਧਾਨਸਾਜ ਨੂੰ ਕਿਹਾ, ਕੀ ਤੂੰ ਪਾਗਲ ਹੋ ਗਿਆ ਹੈ? ਉਹਨਾਂ ਨੂੰ ਇਹ ਗੱਲ ਕਿਉਂ ਦੱਸੀ? ਧਾਨਸਾਜ ਨੇ ਜਵਾਬ ਦਿੱਤਾ, ਤਾਂ ਕਿ ਤੈਨੂੰ ਜ਼ਿੰਦਗੀ ਦਾ ਇੱਕ ਸਧਾਰਨ ਜਿਹਾ ਸਬਕ ਸਿਖਾ ਸਕਾਂ। ਜਦੋਂ ਤੁਹਾਡੇ ਅੰਦਰ ਬਹੁਤ ਮਹਾਨ ਤੇ ਵੱਡੇ ਖਜ਼ਾਨੇ ਹੋਣ ਅਤੇ ਜੇ ਤੁਸੀਂ ਹੋਰਾਂ ਨੂੰ ਇਹਨਾਂ ਬਾਰੇ ਦੱਸਣ ਲੱਗੋ ਤਾਂ ਤੁਹਾਡੇ ਤੇ ਅਕਸਰ ਹੀ ਵਿਸ਼ਵਾਸ ਨਹੀਂ ਕੀਤਾ ਜਾਂਦਾ। ਉਹ ਮਾਰੂਥਲ ਵਿੱਚ ਅੱਗੇ ਵਧਦੇ ਗਏ ਅਤੇ ਹਰ ਦਿਨ ਦੇ ਲੰਘਣ ਨਾਲ ਮੁੰਡੇ ਦਾ ਦਿਲ ਵੀ ਵੱਧ ਤੋਂ ਵੱਧ ਸ਼ਾਂਤ ਹੁੰਦਾ ਜਾ ਰਿਹਾ ਸੀ। ਇਹ ਹੁਣ ਬੀਤੇ ਜਾਂ ਭਵਿੱਖ ਦੀਆਂ ਗੱਲਾਂ ਨਹੀਂ ਸੀ ਜਾਣਨਾ ਚਾਹੁੰਦਾ। ਇਹ ਸਿਰਫ ਮਾਰੂਥਲ ਨੂੰ ਸਮਝਣ ਤੇ ਹੀ ਖੁਸ਼ ਸੀ ਅਤੇ ਮੁੰਡੇ ਦੇ ਨਾਲ ਨਾਲ ਹੀ ਅਨੰਤ ਦੀ ਆਤਮਾ ਨੂੰ ਸਮਝਣ ਵਿੱਚ ਵੀ। ਮੁੰਡਾ ਤੇ ਉਸਦਾ ਦਿਲ ਮਿੱਤਰ ਬਣ ਰਹੇ ਸਨ ਅਤੇ ਉਹਨਾਂ ਵਿੱਚੋਂ ਕੋਈ ਵੀ ਹੁਣ ਇੱਕ ਦੂਜੇ ਨੂੰ ਦਗਾ ਨਹੀਂ ਸੀ ਦੇ ਰਿਹਾ। ਜਦੋਂ ਕਦੇ ਵੀ ਉਸਦਾ ਦਿਲ ਉਸ ਨਾਲ ਗੱਲ ਕਰਦਾ ਤਾਂ ਇਸ ਦਾ ਮਤਲਬ ਮੁੰਡੇ ਨੂੰ ਹੱਲਾਸ਼ੇਰੀ ਦੇਣਾ ਹੁੰਦਾ ਅਤੇ ਤਾਕਤ ਦੇਣਾ ਹੁੰਦਾ, ਕਿਉਂਕਿ ਮਾਰੂਥਲ ਵਿੱਚ ਚੁੱਪ ਦੇ ਦਿਨ ਬੜੇ ਥਕਾਵਟ ਭਰੇ ਸਨ। ਉਸਦੇ ਦਿਲ ਨੇ ਮੁੰਡੇ ਨੂੰ ਦੱਸਿਆ ਕਿ ਉਸਦੇ ਸਭ ਤੋਂ ਵੱਡੇ ਗੁਣ ਕੀ ਸਨ।
ਸਭ ਤੋਂ ਪਹਿਲਾਂ ਉਸ ਦਾ ਇਹ ਹੌਸਲਾ ਸੀ ਕਿ ਉਸਨੇ ਆਪਣੀਆਂ ਭੇਡਾਂ ਦਾ ਤਿਆਗ ਕਰ ਦਿੱਤਾ ਸੀ ਅਤੇ ਉਸਨੇ ਆਪਣੀ ਹੋਣੀ ਲੱਭਣ ਦੀ ਕੋਸ਼ਿਸ਼ ਕੀਤੀ ਸੀ ਅਤੇ ਸ਼ੀਸ਼ੇ ਦੇ ਸਮਾਨ ਦੀ ਦੁਕਾਨ ਵਿੱਚ ਉਸਨੇ ਉਤਸ਼ਾਹ ਨਾਲ ਕੰਮ ਕੀਤਾ ਸੀ ਅਤੇ ਉਸਦੇ ਦਿਲ ਨੇ ਮੁੰਡੇ ਨੂੰ ਇੱਕ ਹੋਰ ਗੱਲ ਵੀ ਦੱਸੀ ਜਿਸ ਵੱਲ ਉਸਦਾ ਕਦੇ ਧਿਆਨ ਨਹੀਂ ਸੀ ਗਿਆ। ਇਸਨੇ ਮੁੰਡੇ ਨੂੰ ਉਹਨਾਂ ਖਤਰਿਆਂ ਬਾਰੇ ਦੱਸਿਆ ਜਿਹੜੇ ਮੁੰਡੇ ਨੂੰ ਦਰਪੇਸ਼ ਆਉਂਦੇ ਰਹੇ ਪਰ ਜਿਨ੍ਹਾਂ ਬਾਰੇ ਉਸਨੇ ਕਦੇ ਸੋਚਿਆ ਤੱਕ ਨਹੀਂ ਸੀ। ਉਸਦੇ ਦਿਲ ਨੇ ਦੱਸਿਆ ਕਿ ਇੱਕ ਵਾਰ ਜਦੋਂ ਮੁੰਡੇ ਨੇ ਆਪਣੇ ਪਿਤਾ ਦੀ ਰਫਲ ਚੁੱਕ ਲਈ ਸੀ ਤਾਂ ਇਸਨੇ ਇਹ ਲੁਕੋ ਦਿੱਤੀ ਸੀ ਕਿਉਂਕਿ ਇਹ ਡਰ ਗਿਆ ਸੀ ਕਿ ਮੁੰਡਾ ਕਿਤੇ ਆਪਣੇ ਆਪ ਨੂੰ ਜ਼ਖਮੀ ਨਾ ਕਰ ਲਵੇ ਅਤੇ ਇਸਨੇ ਮੁੰਡੇ ਨੂੰ ਉਹ ਦਿਨ ਵੀ ਚੇਤੇ ਕਰਵਾਇਆ ਜਦੋਂ ਉਹ ਖੇਤਾਂ ਵਿੱਚ ਬਿਮਾਰ ਹੋ ਗਿਆ ਸੀ ਅਤੇ ਉਲਟੀਆਂ ਕਰਨ ਲੱਗਾ ਸੀ ਅਤੇ ਇਸ ਤੋਂ ਬਾਅਦ ਉਹ ਗਹਿਰੀ ਨੀਂਦ ਵਿੱਚ ਸੌਂ ਗਿਆ ਸੀ। ਕੁਝ ਦੂਰ ਹੀ ਦੋ ਚੋਰ ਘਾਤ ਲਾਈ ਬੈਠੇ ਸਨ ਅਤੇ ਉਹਨਾਂ ਦਾ ਵਿਚਾਰ ਮੁੰਡੇ ਦੀਆਂ ਭੇਡਾਂ ਚੋਰੀ ਕਰਨਾ ਤੇ ਉਸਦਾ ਕਤਲ ਕਰ ਦੇਣਾ ਸੀ ਪਰ ਕਿਉਂਕਿ ਮੁੰਡਾ ਉੱਥੋਂ ਦੀ ਲੰਘਿਆ ਹੀ ਨਹੀਂ ਸੀ ਇਸ ਲਈ ਉਹਨਾਂ ਇਹ ਸੋਚ ਕੇ ਉੱਥੋਂ ਜਾਣ ਦਾ ਫੈਸਲਾ ਕਰ ਲਿਆ ਸੀ ਕਿ ਮੁੰਡੇ ਨੇ ਸ਼ਾਇਦ ਰਸਤਾ ਬਦਲ ਲਿਆ ਹੈ। ਕੀ ਬੰਦੇ ਦਾ ਦਿਲ ਸਦਾ ਉਸਦੀ ਮਦਦ ਕਰਦਾ ਹੈ? ਮੁੰਡੇ ਨੇ ਧਾਨਸਾਜ ਨੂੰ ਪੁੱਛਿਆ। ਬਹੁਤਾ ਕਰਕੇ ਉਹਨਾਂ ਦੇ ਦਿਲ ਹੀ ਮਦਦ ਕਰਦੇ ਹਨ ਜਿਹੜੇ ਆਪੋ ਆਪਣੀਆਂ ਹੋਣੀਆਂ ਦੀ ਪ੍ਰਾਪਤੀ ਕਰਨ ਦਾ ਯਤਨ ਕਰਦੇ ਹਨ। ਉਹ ਬੱਚਿਆਂ, ਸ਼ਰਾਬੀਆਂ ਤੇ ਵਡੇਰੀ ਉਮਰ ਦੇ ਲੋਕਾਂ ਦੀ ਵੀ ਮਦਦ ਕਰਦੇ ਹਨ ਤਾਂ ਕਿ ਇਹਦਾ ਮਤਲਬ ਇਹ ਹੈ ਕਿ ਮੈਨੂੰ ਕਦੇ ਖਤਰੇ ਦਾ ਸਾਹਮਣਾ ਨਹੀਂ ਕਰਨਾ ਪਏਗਾ। ਇਸ ਦਾ ਮਤਲਬ ਇਹ ਹੈ ਕਿ ਦਿਲ ਜੋ ਕੁਝ ਕਰ ਸਕਦਾ ਹੋਵੇ ਕਰਦਾ ਹੈ, ਧਾਨਸਾਜ ਨੇ ਕਿਹਾ। ਇੱਕ ਸ਼ਾਮ ਉਹ ਕਿਸੇ ਕਬੀਲੇ ਦੇ ਪੜਾਅ ਦੇ ਕੋਲੋਂ ਦੀ ਲੰਘੇ। ਇਸ ਪੜਾਅ ਦੇ ਹਰੇਕ ਕੋਨੇ ਦੇ ਬਹੁਤ ਸੁੰਦਰ ਚਿੱਟੇ ਚੋਗਿਆਂ ਵਾਲੇ ਹਥਿਆਰਬੰਦ ਅਰਬ ਜਵਾਨ ਖੜੇ ਸਨ। ਬੰਦੇ ਬੈਠੇ ਹੁੱਕਾ ਪੀ ਰਹੇ ਸਨ ਅਤੇ ਲੜਾਈਆਂ ਦੀਆਂ ਕਹਾਣੀਆਂ ਸੁਣਾ ਰਹੇ ਸਨ। ਉਹਨਾਂ ਵਿੱਚੋਂ ਕਿਸੇ ਨੇ ਵੀ ਦੋਹਾਂ ਯਾਤਰੂਆਂ ਵੱਲ ਧਿਆਨ ਨਾ ਦਿੱਤਾ। ਫੌਜੀ ਪੜਾਅ ਤੋਂ ਅੱਗੇ ਲੰਘਣ ਤੋਂ ਬਾਅਦ ਮੁੰਡੇ ਨੇ ਕਿਹਾ, ਕੋਈ ਖਤਰਾ ਨਹੀਂ। ਜਦੋਂ ਧਾਨਸਾਜ ਬੋਲਿਆ ਤਾਂ ਉਸਦੀ ਆਵਾਜ਼ ਵਿੱਚ ਗੁੱਸਾ ਸੀ। ਆਪਣੇ ਦਿਲ ਤੇ ਵਿਸ਼ਵਾਸ ਤਾਂ ਰੱਖ, ਪਰ ਇਹ ਗੱਲ ਕਦੇ ਨਾ ਭੁੱਲ ਕਿ ਤੂੰ ਮਾਰੂਥਲ ਵਿੱਚ ਹੈ। ਜਦੋਂ ਬੰਦੇ ਇੱਕ ਦੂਜੇ ਨਾਲ ਜੰਗ ਲੜ ਰਹੇ ਹੁੰਦੇ ਹਨ ਤਾਂ ਅਨੰਤ ਦੀ ਆਤਮਾ ਨੂੰ ਲੜਾਈ ਦੀਆਂ ਚੀਕਾਂ ਸੁਣ ਜਾਂਦੀਆਂ ਹਨ। ਇਸ ਦੇ ਸਿੱਟੇ ਇਸ ਅਸਮਾਨ ਹੇਠਲੇ ਹਰ ਪ੍ਰਾਣੀ ਅਤੇ ਵਸਤੂ ਨੂੰ ਭੋਗਣੇ ਪੈਂਦੇ ਹਨ। ਮੁੰਡੇ ਨੇ ਸੋਚਿਆ ਕਿ ਸਭ ਚੀਜ਼ਾਂ ਇੱਕੋ ਹੀ ਹਨ ਅਤੇ ਉਸੇ ਸਮੇਂ ਹੀ ਜਿਵੇਂ ਕਿ ਮਾਰੂਥਲ ਇਹ ਦਰਸਾਉਣਾ ਚਾਹੁੰਦਾ ਹੋਵੇ ਕਿ ਧਾਨਸਾਜ ਦੀ ਗੱਲ ਠੀਕ ਹੈ, ਦੋ ਘੋੜਸਵਾਰ ਦੋਹਾਂ ਦੇ ਪਿੱਛੋਂ ਆ ਪ੍ਰਗਟ ਹੋਏ। ਉਹਨਾਂ ਵਿੱਚੋਂ ਇੱਕ ਕਹਿਣ ਲੱਗਾ, ਤੁਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ। ਇਹ ਉਹ ਇਲਾਕਾ ਹੈ ਜਿੱਥੇ ਕਬੀਲਿਆਂ ਵਿੱਚ ਜੰਗ ਚੱਲ ਰਹੀ ਹੈ। ਮੈਂ ਬਹੁਤੀ ਦੂਰ ਨਹੀਂ ਜਾ ਰਿਹਾ, ਧਾਨਸਾਜ ਨੇ ਘੋੜਸਵਾਰ ਦੀਆਂ ਅੱਖਾਂ ਵਿੱਚ ਸਿੱਧੇ ਝਾਂਕਦੇ ਹੋਏ ਜਵਾਬ ਦਿੱਤਾ। ਉਹ ਕੁਝ ਪਲ ਲਈ ਚੁੱਪ ਰਹੇ ਅਤੇ ਫਿਰ ਇਸ ਗੱਲ ਲਈ ਸਹਿਮਤ ਹੋ ਗਏ ਕਿ ਮੁੰਡਾ ਅਤੇ ਧਾਨਸਾਜ ਅੱਗੇ ਜਾ ਸਕਦੇ ਹਨ। ਮੁੰਡੇ ਨੇ ਇਸ ਸਾਰੇ ਹਾਲਾਤ ਨੂੰ ਧਿਆਨ ਨਾਲ ਦੇਖਿਆ ਤੇ ਕਿਹਾ, ਜਿਸ ਤਰ੍ਹਾਂ ਨਾਲ ਤੁਸੀਂ ਉਹਨਾਂ ਘੋੜਸਵਾਰਾਂ ਵੱਲ ਦੇਖਿਆ ਉਸ ਨਾਲ ਤੁਸੀਂ ਉਹਨਾਂ ਤੇ ਹਾਵੀ ਹੋ ਗਏ। ਧਾਨਸਾਜ ਨੇ ਜਵਾਬ ਦਿੱਤਾ, ਤੁਹਾਡੀਆਂ ਅੱਖਾਂ ਤੁਹਾਡੀ ਆਤਮਾ ਦੀ ਮਜ਼ਬੂਤੀ ਨੂੰ ਦਿਖਾਉਂਦੀਆਂ ਹਨ। ਮੁੰਡੇ ਨੇ ਸੋਚਿਆ ਕਿ ਇਹ ਗੱਲ ਸੱਚੀ ਹੈ। ਉਸਨੇ ਦੇਖਿਆ ਸੀ ਕਿ ਪਿਛਲੇ ਫੌਜੀ ਪੜਾਅ ਉੱਤੇ ਤਾਇਨਾਤ ਬਹੁਤ ਸਾਰੇ ਹਥਿਆਰਬੰਦ ਸੈਨਿਕਾਂ ਵਿੱਚੋਂ ਕਿਸੇ ਨੇ ਵੀ ਉਹਨਾਂ ਦੋਹਾਂ ਵੱਲ ਧਿਆਨ ਨਾਲ ਨਹੀਂ ਸੀ ਦੇਖਿਆ। ਉਹ ਉਹਨਾਂ ਤੋਂ ਇੰਨੀ ਦੂਰ ਸੀ ਕਿ ਉਸਦਾ ਚਿਹਰਾ ਤੱਕ ਨਹੀਂ ਸੀ ਦਿਖਾਈ ਦਿੰਦਾ, ਪਰ ਮੁੰਡੇ ਨੂੰ ਇੰਨੀ ਗੱਲ ਪੱਕਾ ਪਤਾ ਸੀ ਕਿ ਉਹ ਜ਼ਰੂਰ ਉਹਨਾਂ ਵੱਲ ਦੇਖ ਰਿਹਾ ਸੀ। ਆਖਿਰਕਾਰ ਜਦੋਂ ਸਮੁੱਚੇ ਦਿਸਹਿੱਦੇ ਦੇ ਨਾਲ ਫੈਲੀ ਹੋਈ ਪਹਾੜੀਆਂ ਦੀ ਲੜੀ ਨੂੰ ਪਾਰ ਕਰ ਗਏ ਤਾਂ ਧਾਨਸਾਜ ਨੇ ਕਿਹਾ ਕਿ ਇੱਥੋਂ ਪਿਰਾਮਿਡ ਸਿਰਫ 2 ਦਿਨ ਦੀ ਦੂਰੀ ਤੇ ਹਨ। ਮੁੰਡਾ ਕਹਿਣ ਲੱਗਾ, ਜੇ ਅਸੀਂ ਛੇਤੀ ਹੀ ਆਪਸ ਵਿੱਚ ਵਿਛੜਨ ਜਾ ਰਹੇ ਹਾਂ ਤਾਂ ਮੈਨੂੰ ਧਾਨਸਾਜੀ ਸਿਖਾ ਦਿਓ। ਤੈਨੂੰ ਧਾਨਸਾਜੀ ਬਾਰੇ ਪਹਿਲਾਂ ਹੀ ਪਤਾ ਹੈ। ਅਨੰਤ ਦੀ ਆਤਮਾ ਵਿੱਚ ਦਾਖਲ ਹੋਣਾ ਅਤੇ ਆਪਣੇ ਲਈ ਰਾਖਵੇਂ ਰੱਖੇ ਹੋਏ ਖਜ਼ਾਨੇ ਨੂੰ ਲੱਭਣਾ ਹੀ ਧਾਨਸਾਜੀ ਹੈ। ਨਹੀਂ, ਮੇਰਾ ਇਹ ਮਤਲਬ ਨਹੀਂ ਸੀ। ਮੈਂ ਤਾਂ ਧਾਤ ਨੂੰ ਸੋਨੇ ਵਿੱਚ ਬਦਲੇ ਜਾਣ ਦੀ ਗੱਲ ਕਰ ਰਿਹਾ ਹਾਂ। ਧਾਨਸਾਜ ਮਾਰੂਥਲ ਵਾਂਗ ਹੀ ਚੁੱਪ ਕਰ ਗਿਆ ਅਤੇ ਇਸ ਗੱਲ ਦਾ ਜਵਾਬ ਉਦੋਂ ਹੀ ਦਿੱਤਾ ਜਦੋਂ ਉਹ ਖਾਣਾ ਖਾ ਚੁੱਕੇ ਸਨ। ਉਹ ਕਹਿਣ ਲੱਗਾ, ਇਸ ਕਾਇਨਾਤ ਵਿੱਚ ਹਰ ਚੀਜ਼ ਹੌਲੀ-ਹੌਲੀ ਉਤਪਤ ਹੋਈ ਹੈ ਅਤੇ ਸਿਆਣੇ ਲੋਕਾਂ ਲਈ ਸੋਨਾ ਉਹ ਧਾਤ ਹੈ ਜਿਹੜੀ ਸਭ ਤੋਂ ਵੱਧ ਵਿਕਸਿਤ ਹੋ ਗਈ ਹੈ। ਇਹ ਨਾ ਪੁੱਛੀ ਕਿ ਕਿਉਂ। ਮੈਂ ਜਾਣਦਾ ਹੀ ਨਹੀਂ ਕਿ ਅਜਿਹਾ ਕਿਉਂ ਹੋਇਆ ਹੈ। ਮੈਂ ਸਿਰਫ ਇਹ ਜਾਣਦਾ ਹਾਂ ਕਿ ਰਵਾਇਤ ਹਮੇਸ਼ਾ ਹੀ ਸਹੀ ਹੁੰਦੀ ਹੈ। ਆਮ ਲੋਕਾਂ ਨੇ ਕਦੇ ਵੀ ਸਿਆਣਿਆਂ ਦੀਆਂ ਗੱਲਾਂ ਨਹੀਂ ਸਮਝੀਆਂ, ਇਸ ਲਈ ਸੋਨਾ ਉਤਪਤੀ ਦੀ ਨਿਸ਼ਾਨੀ ਹੋਣ ਦੀ ਥਾਂ ਤੇ ਲੜਾਈ ਦਾ ਸਬੱਬ ਬਣਦਾ ਰਿਹਾ। ਮੁੰਡਾ ਕਹਿਣ ਲੱਗਾ, ਵਸਤਾਂ ਤਾਂ ਬਹੁਤ ਸਾਰੀਆਂ ਭਾਸ਼ਾਵਾਂ ਬੋਲਦੀਆਂ ਹਨ। ਮੇਰੇ ਲਈ ਕੋਈ ਸਮਾਂ ਐਸਾ ਵੀ ਹੁੰਦਾ ਹੈ ਜਦੋਂ ਊਠ ਦਾ ਰਿੰਗਣਾ ਸਿਰਫ ਰਿੰਗਣਾ ਹੀ ਹੁੰਦਾ ਹੈ। ਫਿਰ ਇਹ ਖਤਰੇ ਦਾ ਸੰਕੇਤ ਬਣ ਗਿਆ ਤੇ ਆਖਿਰਕਾਰ ਇਹ ਸਿਰਫ ਰਿੰਗਣਾ ਹੀ ਰਹਿ ਗਿਆ।
ਇਸ ਤੋਂ ਬਾਅਦ ਮੁੰਡਾ ਚੁੱਪ ਕਰ ਗਿਆ। ਤਾਨਸਾਜ ਨੂੰ ਖਬਰੇ ਇਸ ਸਭ ਕਾਸੇ ਬਾਰੇ ਪਹਿਲਾਂ ਹੀ ਪਤਾ ਸੀ। ਮੈਂ ਬਹੁਤ ਸਾਰੇ ਸੱਚੇ ਤਾਨਸਾਜਾਂ ਨੂੰ ਜਾਣਦਾ ਹਾਂ। ਉਹਨਾਂ ਨੇ ਆਪਣੇ ਆਪ ਨੂੰ ਪ੍ਰਯੋਗਸ਼ਾਲਾ ਵਿੱਚ ਬੰਦ ਕਰ ਲਿਆ ਤੇ ਸੋਨੇ ਵਾਂਗ ਹੀ ਉਤਪਤੀ ਕਰਨ ਦੀ ਕੋਸ਼ਿਸ਼ ਕੀਤੀ। ਆਖਿਰਕਾਰ ਉਹਨਾਂ ਪਾਰਸ ਪੱਥਰ ਲੱਭ ਲਿਆ, ਕਿਉਂਕਿ ਉਹਨਾਂ ਸਮਝ ਲਿਆ ਸੀ ਕਿ ਜਦੋਂ ਕੋਈ ਚੀਜ਼ ਉਤਪਤ ਹੁੰਦੀ ਹੈ ਤਾਂ ਆਲੇ ਦੁਆਲੇ ਦੀ ਹਰੇਕ ਚੀਜ਼ ਵੀ ਉਸੇ ਹਿਸਾਬ ਨਾਲ ਉਤਪਤੀ ਕਰਦੀ ਹੈ। ਕੁਝ ਹੋਰਾਂ ਨੂੰ ਪਾਰਸ ਪੱਥਰ ਅਚਨਚੇਤ ਹੀ ਮਿਲ ਗਿਆ। ਉਹਨਾਂ 'ਚ ਪਹਿਲਾਂ ਹੀ ਗੁਣ ਮੌਜੂਦ ਸੀ ਅਤੇ ਉਹਨਾਂ ਦੀਆਂ ਆਤਮਾਵਾਂ ਹੋਰਾਂ ਦੀਆਂ ਆਤਮਾਵਾਂ ਦੇ ਮੁਕਾਬਲੇ ਇਹਨਾਂ ਗੱਲਾਂ ਲਈ ਵਧੇਰੇ ਤਿਆਰ ਸਨ, ਪਰ ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਅਤੇ ਕੁਝ ਐਸੇ ਵੀ ਸਨ ਜਿਨ੍ਹਾਂ ਦੀ ਦਿਲਚਸਪੀ ਸਿਰਫ ਸੋਨੇ ਵਿੱਚ ਸੀ। ਉਹਨਾਂ ਨੂੰ ਕਦੇ ਵੀ ਇਸ ਦਾ ਭੇਦ ਨਹੀਂ ਲੱਭਾ। ਉਹ ਇਸ ਗੱਲ ਨੂੰ ਭੁੱਲ ਹੀ ਗਏ ਕਿ ਸਿੱਕਾ, ਤਾਂਬਾ ਤੇ ਲੋਹਾ ਐਸੀਆਂ ਧਾਤਾਂ ਹਨ ਜਿਨ੍ਹਾਂ ਨੇ ਆਪੋ ਆਪਣੀਆਂ ਹੋਣੀਆਂ ਨੂੰ ਮੁਕੰਮਲ ਕਰਨਾ ਹੈ, ਅਤੇ ਜਿਹੜਾ ਵੀ ਕਿਸੇ ਹੋਰ ਚੀਜ਼ ਦੀ ਹੋਣੀ ਵਿੱਚ ਦਖਲ ਦਿੰਦਾ ਹੈ ਉਹ ਆਪਣੀ ਚੀਜ਼ ਨੂੰ ਕਦੇ ਵੀ ਨਹੀਂ ਲੱਭ ਸਕੇਗਾ। ਤਾਨਸਾਜ ਦੇ ਇਸ ਸ਼ਬਦ ਕਿਸੇ ਸਰਾਪ ਵਾਂਗ ਗੂੰਜੇ। ਉਸਨੇ ਧਰਤੀ ਤੋਂ ਇੱਕ ਘੋਗਾ ਚੁੱਕ ਲਿਆ। ਉਹ ਕਹਿਣ ਲੱਗਾ, ਇਹ ਮਾਰੂਥਲ ਕਿਸੇ ਵੇਲੇ ਸਮੁੰਦਰ ਹੁੰਦਾ ਸੀ। ਮੈਂ ਇਹ ਗੱਲ ਨੋਟ ਕੀਤੀ ਹੈ, ਮੁੰਡੇ ਨੇ ਜਵਾਬ ਦਿੱਤਾ। ਤਾਨਸਾਜ ਨੇ ਮੁੰਡੇ ਨੂੰ ਕਿਹਾ ਕਿ ਉਹ ਘੋਗਾ ਆਪਣੇ ਕੰਨ ਨੂੰ ਲਾਵੇ। ਆਪਣੇ ਬਚਪਨ ਵਿੱਚ ਤਾਨਸਾਜ ਨੇ ਅਜਿਹਾ ਕਈ ਵਾਰ ਕੀਤਾ ਸੀ ਅਤੇ ਉਸਨੂੰ ਸਮੁੰਦਰ ਦੀ ਆਵਾਜ਼ ਸੁਣਾਈ ਦਿੱਤੀ ਸੀ। ਸਮੁੰਦਰ ਇਸ ਘੋਗੇ ਵਿੱਚ ਰਹਿੰਦਾ ਆ ਰਿਹਾ ਹੈ ਕਿਉਂਕਿ ਇਹ ਉਸਦੀ ਹੋਣੀ ਹੈ, ਅਤੇ ਇਹ ਉਨੀ ਦੇਰ ਤੱਕ ਇਸੇ ਤਰ੍ਹਾਂ ਹੀ ਕਰਦਾ ਰਹੇਗਾ ਜਿੰਨੀ ਦੇਰ ਤੱਕ ਇੱਕ ਵਾਰ ਫਿਰ ਮਾਰੂਥਲ ਤੇ ਪਾਣੀ ਨਹੀਂ ਭਰ ਜਾਂਦਾ। ਉਹ ਆਪਣੇ ਘੋੜਿਆਂ ਤੇ ਚੜ੍ਹੇ ਅਤੇ ਮਿਸਰ ਦੇ ਪਿਰਾਮਿਡਾਂ ਦੀ ਦਿਸ਼ਾ ਵੱਲ ਨੂੰ ਚੱਲ ਪਏ।